हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤਾਂ ਆਪਣੀ ਅੱਜ ਕੰਪਿਊਟਰ ਦੀ 3rd ਕਲਾਸ ਹੈ। ਆਪਾਂ ਫਸਟ ਦੋ ਕਲਾਸਿਸ ਦੇ ਵਿੱਚ ਆਪਾਂ ਆਪਣਾ ਪਹਿਲਾ ਟੌਪਿਕ ਕੰਪਲੀਟ ਕੀਤਾ ਸੀ ਇਨਪੁਟ ਤੇ ਆਊਟਪੁੱਟ ਡਿਵਾਈਸ ਬਾਰੇ, ਹੈ ਨਾ। ਆਪਾਂ ਪਹਿਲਾਂ ਸਾਰੇ ਇਨਪੁਟ ਡਿਵਾਈਸ ਪੜ੍ਹੇ, ਫਿਰ ਆਪਾਂ ਸਾਰੇ ਆਊਟਪੁੱਟ ਡਿਵਾਈਸ ਪੜ੍ਹੇ, ਹੈ ਨਾ। ਤਾਂ ਆਹ ਕਲਾਸ ਲਾਉਣ ਤੋਂ ਪਹਿਲਾਂ ਪਹਿਲੀਆਂ ਦੋ ਕਲਾਸਿਸ ਚੰਗੀ ਤਰ੍ਹਾਂ ਪੜ੍ਹ ਲਓ, ਪ੍ਰੋਪਰ ਰਿਵੀਜ਼ਨ ਕਰ ਲਓ, ਫਿਰ ਹੀ ਆ MCQ ਦੀ ਪ੍ਰੈਕਟਿਸ ਸਟਾਰਟ ਕਰਿਓ ਨਾਲ, ਹੈ ਨਾ। ਤੇ ਆ MCQ ਦੀ ਕਲਾਸ ਲਗਾਉਣ ਤੋਂ ਪਹਿਲਾਂ ਇੱਕ ਵਾਰੀ ਕੋਸ਼ਿਸ਼ ਕਰਿਓ ਵੀ ਸਾਰੇ ਕੁਐਸਚਨ ਤੁਸੀਂ ਵੀਡੀਓ ਪੌਜ਼ ਕਰਕੇ ਖੁਦ ਟਰਾਈ ਕਰਕੇ ਦੇਖਿਓ, ਹੈ ਨਾ। ਮੈਂ ਦੁਬਾਰੇ ਫਿਰ ਦੱਸ ਰਿਹਾ ਤੁਹਾਨੂੰ, ਕੰਪਿਊਟਰ ਬਿਨਾਂ MCQ ਪ੍ਰੈਕਟਿਸ ਤੋਂ ਬਿਨਾਂ ਕੋਈ ਫਾਇਦਾ ਨਹੀਂ ਕਰਨ ਦਾ। ਜੇ ਤੁਸੀਂ ਮੰਨ ਲਓ ਥਿਊਰੀ ਪੜ੍ਹ ਲਈ ਤਾਂ ਤੁਸੀਂ ਮੰਨ ਸਕਦੇ ਹੋ ਵੀ 10 ਦੇ ਵਿੱਚੋਂ ਤੁਹਾਡੇ 7-8 ਕੁਐਸਚਨ ਮਤਲਬ ਸਹੀ ਹੋ ਸਕਦੇ ਕੰਪਿਊਟਰ ਦੇ ਪੇਪਰ ਦੇ ਵਿੱਚ ਆਏ। ਪਰ ਜੇ ਤੁਸੀਂ MCQ ਦੀ ਨਾਲ ਪ੍ਰੈਕਟਿਸ ਕਰ ਲਈ ਤਾਂ ਤੁਹਾਨੂੰ ਕਨਸੈਪਟ ਵੀ ਦੁਬਾਰਾ ਕਲੀਅਰ ਹੋਣੇ, ਤੁਹਾਨੂੰ ਪਤਾ ਲੱਗੂ ਪੇਪਰ ਦੇ ਵਿੱਚ ਐਕਚੁਅਲ ਕੁਐਸਚਨ ਕਿਹੋ ਜਿਹਾ ਆਊਗਾ, ਹੈ ਨਾ। ਤਾਂ ਪਹਿਲਾਂ ਪਹਿਲੀਆਂ ਦੋ ਵੀਡੀਓ ਚੰਗੀ ਤਰ੍ਹਾਂ ਪੜ੍ਹ ਲਿਓ, ਫਿਰ ਇਹ ਕਲਾਸ ਲਗਾਇਓ। ਤਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਤਾਂ ਇਨਪੁਟ ਤੇ ਆਊਟਪੁੱਟ ਦੇ ਕੁਐਸਚਨ ਪ੍ਰੈਕਟਿਸ ਸਟਾਰਟ ਕਰਦੇ ਹਾਂ। ਜਿਵੇਂ ਕਿ ਆਪਣੇ ਕੋਲੇ ਫਸਟ ਕੁਐਸਚਨ ਆਉਂਦਾ ਹੈ, ਹਾਊ ਮੈਨੀ ਆਪਸ਼ਨ ਡਜ਼ ਏ ਬਾਈਨਰੀ ਚੋਇਸ ਆਫਰ। ਮਤਲਬ ਬਾਈਨਰੀ ਚੋਇਸ ਮਤਲਬ ਬਾਈਨਰੀ ਆਪਸ਼ਨ ਆਪਾਂ ਨੂੰ ਕਿੰਨੇ ਆਪਸ਼ਨ ਪ੍ਰੋਵਾਈਡ ਕਰਦੇ। ਬਾਈਨਰੀ ਨੰਬਰ ਆਪਾਂ ਬਾਈਨਰੀ ਨੰਬਰ ਪੜ੍ਹੇ ਸੀਗੇ, ਕੀ ਹੁੰਦੇ ਨੇ ਉਹ 0 ਜਾਂ 1 ਦੀ ਫਾਰਮ 'ਚ ਹੁੰਦੇ ਨੇ। ਬਾਈਨਰੀ ਮਤਲਬ ਦੋ ਹੁੰਦਾ, ਜਾਂ ਤਾਂ 0 ਜਾਂ 1। ਤੇ ਆ 0 ਤੇ 1 ਨੂੰ ਆਪਾਂ ਕੀ ਕਹਿੰਦੇ ਆ, ਇੱਕ ਬਿਟ। ਤੇ ਆਪਾਂ ਪੜ੍ਹਿਆ ਸੀਗਾ ਵੀ 1 ਨਿਬਲ ਦੇ ਵਿੱਚ ਕਿੰਨੇ ਬਿਟ ਹੁੰਦੇ ਨੇ, 4 ਬਾਈਨਰੀ ਬਿਟ ਹੁੰਦੇ ਨੇ, ਹਨਾ। ਤਾਂ ਇੱਥੇ ਕੁਐਸਚਨ ਕੀ ਪੁੱਛਿਆ, ਹਾਊ ਮੈਨੀ ਆਪਸ਼ਨ ਡਜ਼ ਏ ਬਾਈਨਰੀ ਚੋਇਸ ਆਫਰ। ਤਾਂ ਬਾਈਨਰੀ ਦਾ ਮਤਲਬ ਕਿੰਨਾ, ਦੋ। ਤਾਂ ਕਿੰਨੀ ਚੋਇਸ ਆਫਰ ਕਰਦੀ ਆਪਾਂ ਨੂੰ ਇਹ, ਦੋ, 0 ਜਾਂ 1। ਤਾਂ ਆਨਸਰ ਕੀ ਆ ਜਾਊਗਾ, ਆਪਸ਼ਨ ਨੰਬਰ 3 ਕਿੰਨੀਆਂ 2 ਇਹਦਾ ਕਰੈਕਟ ਆਨਸਰ ਹੋਊਗਾ। ਨੈਕਸਟ ਆਪਾਂ ਦੇਖਦੇ ਹਾਂ, ਵਿਚ ਆਫ ਦ ਫੋਲੋਇੰਗ ਇਜ਼ ਇਕੁਅਲਸ ਟੂ 4 ਬਿਟਸ। 4 ਬਿਟ ਦੇ ਬਰਾਬਰ ਕੀ ਚੀਜ਼ ਹੁੰਦੀ ਹੈ। ਹੁਣੇ ਆਪਾਂ ਪੜ੍ਹਿਆ ਸੀ ਵੀ 1 ਨਿਬਲ ਇਜ਼ ਇਕੁਅਲ ਟੂ 4 ਬਿਟ, ਤਾਂ ਇਹਦਾ ਆਨਸਰ ਕੀ ਆਊਗਾ 1 ਨਿਬਲ। 1 ਨਿਬਲ ਇਹਦਾ ਕਰੈਕਟ ਆਨਸਰ ਆ। 1 ਨਿਬਲ ਇਜ਼ ਇਕੁਅਲ ਟੂ 4 ਬਿਟ। ਐਵੇਂ ਇੱਥੇ ਪੜ੍ਹਿਆ ਇੱਕ ਬਾਈਟ, ਇੱਕ ਬਾਈਟ ਦੇ ਵਿੱਚ ਕਿੰਨੇ ਬਿਟ ਹੁੰਦੇ ਨੇ, ਤਾਂ 8 ਬਿਟ। ਇਹ ਰਿਕਾਰਡ ਜੋ ਲਿਖਿਆ ਹੋਇਆ ਇਹ ਅੱਗੇ ਆਪਾਂ ਅੱਗੇ ਪੜਾਂਗੇ। ਅੱਗੇ ਇੱਕ ਚੈਪਟਰ ਆਊਗਾ ਆਪਣਾ DBMS, ਡਾਟਾਬੇਸ ਮੈਨੇਜਮੈਂਟ ਸਿਸਟਮ। ਇਹ ਰਿਕਾਰਡ ਆਪਾਂ ਉੱਥੇ ਕਵਰ ਕਰਾਂਗੇ, ਠੀਕ ਹੈ। ਯਾਦ ਰੱਖਣਾ ਇੱਕ ਬਾਈਟ ਦੇ ਵਿੱਚ 8 ਬਿਟ ਹੁੰਦੇ ਨੇ ਤੇ ਇੱਕ ਨਿਬਲ ਦੇ ਵਿੱਚ 4 ਬਿਟ ਹੁੰਦੇ ਨੇ, ਠੀਕ ਹੈ। ਡਾਇਰੈਕਟ ਕੁਐਸਚਨ ਪੁੱਛेंगे 1 ਨਿਬਲ 'ਚ ਕਿੰਨੇ ਬਿਟ ਹੁੰਦੇ ਨੇ, ਤਾਂ ਆਪਾਂ ਕੀ ਆਨਸਰ ਦੇਵਾਂਗੇ 4 ਬਿਟ। ਨੈਕਸਟ ਆਪਣੇ ਕੋਲ ਆਉਂਦਾ MICR। MICR ਤਾਂ ਪਹਿਲੀ ਗੱਲ ਤਾਂ ਕਿੱਥੇ ਯੂਜ਼ ਕਰਦੇ ਹਾਂ ਆਪਾਂ, ਇਹ ਬੈਂਕ ਚੈੱਕਸ ਦੇ ਵਿੱਚ ਯੂਜ਼ ਕਰਦੇ ਹਾਂ। ਕਿੱਥੇ ਯੂਜ਼ ਕਰਦੇ ਹਾਂ, ਬੈਂਕ ਚੈੱਕਸ ਦੇ ਵਿੱਚ। ਤੇ ਮੈਂ ਤੁਹਾਨੂੰ ਦੱਸਿਆ MICR ਦੀ ਫੁੱਲ ਫਾਰਮ ਕੀ ਹੁੰਦੀ ਹੈ, ਮੈਗਨੇਟਿਕ ਇੰਕ ਕਰੈਕਟਰ ਰੀਡਰ। ਮੈਗਨੇਟਿਕ ਇੰਕ ਕਰੈਕਟਰ ਰੀਡਰ ਔਰ ਰਿਕੋਗਨਾਈਜੇਸ਼ਨ ਵੀ ਲਿਖ ਸਕਦੇ, ਕੀ ਲਿਖ ਸਕਦੇ ਆ, ਰਿਕੋਗਨਾਈਜੇਸ਼ਨ। ठीक है। याद रखना मैग्नेटिक इंक कैरेक्टर रीडर या मैग्नेटिक इंक कैरेक्टर रिकॉग्निशन, ठीक है। तो MICR स्टैंड फॉर मैग्नेटिक इंक कैरेक्टर रीडर। तो आंसर क्या होगा, ऑप्शन नंबर ए। नैक्सट अपने को आंदा है, वट इज़ द यूनिट यूज टू मेजर द स्पीड ऑफ प्रिंटर। स्पीड ऑफ प्रिंटर आप काहदे च मेजर करते हैं, तो आप पढ़े स्पीड ऑफ प्रिंटर आप काहदे च मेजर करते हैं, तीन तरीके नाल मेजर करते हैं। CPS कैरेक्टर पर सेकेंड, कैरेक्टर पर सेकेंड, या आप कह सकते हैं LPM लाइन पर मिनट, या आप कह सकते हैं PPM। PPM की सीगा, पेजिस पर मिनट। तो हम आप देखते हैं स्पीड ऑफ प्रिंटर आप तीन चीज़ा मेजर कर सकते हैं, CPS LPM या PPM। तो इतने अपने को ऑप्शन की है PPM, पेजिस पर मिनट का क्या जो करैक्ट आंसर। जे इतने CPS होंगे करैक्टर पर सेकेंड, तो ऑप्शन नंबर अपना B भी सही हो जाता, पर इतने CPM लिखा गया तो ये गलत हो गया। तो इतने एक चीज़ आई अपने को DPI। DPI की है, DPI पर पढ़े सी, कितने पढ़े सी, याद करो, डॉट्स पर इंच। ये कितने पढ़े सी, डॉट्स पर इंच। DPI कितने पढ़े, डॉट्स पर इंच। ये की सीगा, प्रिंटर दा रेजोल्यूशन। याद आ गया भी प्रिंटर दा रेजोल्यूशन आप काहदे च मेजर करते हैं, डॉट्स पर इंच या DPI दे विच। एवें एक नवीं चीज़ आप पढ़ी सी, प्रिंट दी कमांड पढ़ियां सी दो, किहड़ी सीगी, प्रिंट की कमांड आप पढ़ी सी, तो देखो आ तो सब नूं याद होंदी है, Ctrl+P। पर आप एक होर पढ़ी सी, Ctrl+Shift+F12। एवें आप प्रिंट प्रीव्यू की कमांड पढ़ी सीगी, प्रिंट प्रीव्यू की किहड़ी कमांड सीगी, Ctrl+F2। ये सारिया कमांड्स तुहानूं याद होनियां चाहिए ने। मैं फिर कह रहा, कंप्यूटर में दो चीज़ां सब तो इंपोर्टेंट ने, पहली
ਸ਼ਾਰਟਕਟ ਕੀਜ਼, ਦੂਜੀ ਫੁੱਲ ਫਾਰਮ। ਦੇਖੋ ਜਿਆਦਾ ਕੁਐਸਚਨ ਆਪਣੇ ਕੋਲ ਕਿਹਦੇ ਆ ਰਹੇ ਨੇ, ਫੁੱਲ ਫਾਰਮਸ ਦੇ ਆ ਰਹੇ ਨੇ, ਜਿਵੇਂ DPI ਪਹਿਲਾਂ ਪਤਾ ਹੋਣਾ ਚਾਹੀਦਾ ਨਾ ਵੀ ਕੀ ਫੁੱਲ ਫਾਰਮ ਇਹਦੀਆਂ, ਤਾਂ ਪਹਿਲਾਂ ਸਾਰਾ ਪ੍ਰੋਪਰ ਨਾਲ ਨਾਲ ਰਿਵਾਈਜ਼ ਵੀ ਕਰ ਦੇਣਾ ਹੈ। ਸ਼ਾਰਟਕਟ ਕੀਜ਼ ਇੱਕ ਵਾਰ 'ਚ ਯਾਦ ਨਹੀਂ ਹੁੰਦੀਆਂ, ਜੇ ਆਪਾਂ ਬਾਰ-ਬਾਰ ਪੜਾਂਗੇ ਤਾਂ ਆਪਣੇ ਦਿਮਾਗ ਸਾਰੀਆਂ ਫਿੱਟ ਹੋ ਜਾਣਗੀਆਂ, ਠੀਕ ਹੈ। ਤੇ ਇੱਕ ਆਪਾਂ ਚੀਜ਼ ਪੜ੍ਹੀ ਸੀ PPI। PPI ਕੀ ਸੀਗਾ? ਪਿਕਸਲ ਪਰ ਇੰਚ। ਇਹ ਕਿੱਥੇ ਪੜ੍ਹੀ ਸੀ ਆਪਾਂ PPI? ਇਹ ਆਪਾਂ ਮੋਨੀਟਰ ਦਾ ਰੈਜ਼ੋਲੂਸ਼ਨ ਮੇਜ਼ਰ ਕਰਦੇ ਹਾਂ ਇਹਦੇ 'ਚ। ਮੋਨੀਟਰ ਦਾ ਰੈਜ਼ੋਲੂਸ਼ਨ ਪ੍ਰਿੰਟਰ ਦਾ ਰੈਜ਼ੋਲੂਸ਼ਨ ਕਰਦਾ DPI ਡਾਟਸ ਪਰ ਇੰਚ, ਤੇ ਮੋਨੀਟਰ ਦਾ PPI ਪਿਕਸਲ ਪਰ ਇੰਚ। ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਨੈਕਸਟ ਆਪਣੇ ਕੋਲ ਆਉਣਾ ਫਸਟ ਕੰਪਿਊਟਰ ਮਾਊਸ ਵਾਸ ਬਿਲਡ ਬਾਏ। ਤਾਂ ਪਹਿਲਾ ਕੰਪਿਊਟਰ ਮਾਊਸ ਕਿਹਨੇ ਬਿਲਡ ਕੀਤਾ ਸੀ? ਡੌਗਲਸ ਐਂਗਲਬਰਟ ਨੇ। ਕਦੋਂ? 1963 ਦੇ ਵਿੱਚ। ਤੇ ਕਿਹੜਾ ਮਾਊਸ ਸੀਗਾ ਇਹ? ਵੁਡਨ ਮਾਊਸ ਸੀਗਾ। ਐਵੇਂ ਆਪਣੇ ਕੋਲ ਇੱਕ ਨਾਮ ਹੈ ਇੱਥੇ ਵੌਨ ਨਿਊਮੈਨ, ਇਹ ਨੋਟਸ 'ਚ ਐਡ ਕਰ ਲਿਓ। ਵੌਨ ਨਿਊਮੈਨ ਕੌਣ ਸੀ? ਇਹ ਫਾਦਰ ਆਫ ਕੰਪਿਊਟਰ ਆਰਕੀਟੈਕਚਰ ਕਹਿੰਦੇ ਆਪਾਂ ਇਹਨੂੰ। ਜੇ ਪੁੱਛਿਆ ਫਾਦਰ ਆਫ ਕੰਪਿਊਟਰ ਆਰਕੀਟੈਕਚਰ ਕੌਣ ਹੈ, ਤਾਂ ਆਪਾਂ ਕੀ ਜਵਾਬ ਦੇਵਾਂਗੇ? ਵੌਨ ਨਿਊਮੈਨ। ਯਾਦ ਰੱਖਿਓ ਵੌਨ ਨਿਊਮੈਨ ਕੌਣ ਸੀ? ਫਾਦਰ ਆਫ ਕੰਪਿਊਟਰ ਆਰਕੀਟੈਕਚਰ। ਜੇ ਪੁੱਛਿਆ ਫਸਟ ਮਾਊਸ ਕਿਹਨੇ ਬਿਲਡ ਕੀਤਾ ਸੀ, ਤਾਂ ਡਗਲਸ ਐਂਗਲਬਰਟ 1963। ਦੁਬਾਰਾ ਫਿਰ ਰਿਪੀਟ ਕਰ ਰਹੇ ਹਾਂ, ਵੌਨ ਨਿਊਮੈਨ ਇੰਪੋਰਟੈਂਟ ਹੈ, ਫਾਦਰ ਆਫ ਕੰਪਿਊਟਰ ਆਰਕੀਟੈਕਚਰ ਕਹਿੰਦੇ ਇਹਨੂੰ। ਅੱਗੇ ਆਪਣੇ ਕੋਲ ਆਉਂਦਾ ਡਿਸਪਲੇ ਸਾਈਜ਼ ਆਫ ਮੋਨੀਟਰ ਇਜ਼ ਮੇਜ਼ਰਡ। ਮੈਂ ਤੁਹਾਨੂੰ ਦੱਸਿਆ ਜਿਹੜਾ ਆਪਣਾ ਮੋਨੀਟਰ ਹੁੰਦਾ ਹੈ ਇਹਦੀ ਡਿਸਪਲੇ ਸਾਈਜ਼ ਹਮੇਸ਼ਾ ਆਪਾਂ ਡਾਇਗਨਲੀ ਮੇਜ਼ਰ ਕਰਦੇ ਹਾਂ। ਕਿਵੇਂ ਮੇਜ਼ਰ ਕਰਦੇ ਹਾਂ? ਡਾਇਗਨਲੀ। ਤਾਂ ਕੀ ਆਂਸਰ ਆ ਜਾਊਗਾ? ਡਾਇਗਨਲੀ। ਇਹਦਾ ਆਪਣਾ ਕਰੈਕਟ ਆਂਸਰ ਆ ਜਾਊਗਾ ਆਪਸ਼ਨ ਨੰਬਰ A, ਠੀਕ ਹੈ ਜੀ। ਤਾਂ ਪ੍ਰੀਵੀਅਸ ਕੁਐਸਚਨ ਆਂਸਰ ਕੀ ਸੀਗਾ? ਆਪਸ਼ਨ ਨੰਬਰ A, ਤੇ ਇਹਦਾ ਵੀ ਆਂਸਰ ਕੀ ਸੀ? ਆਪਸ਼ਨ ਨੰਬਰ A। ਨੈਕਸਟ ਆਪਣੇ ਕੋਲ ਨਾ ਪ੍ਰਿੰਟਰ ਰੈਜ਼ੋਲੂਸ਼ਨ ਕਾਹਦੇ 'ਚ ਮੇਜ਼ਰ ਕਰਦੇ ਹਾਂ? ਹੁਣੇ ਦੱਸਿਆ ਸੀ ਪ੍ਰਿੰਟਰ ਰੈਜ਼ੋਲੂਸ਼ਨ ਆਪਾਂ ਕਾਹਦੇ 'ਚ ਮੇਜ਼ਰ ਕਰਦੇ ਹਾਂ? DPI ਕੀ ਹੁੰਦਾ ਹੈ? ਡਾਟਸ ਪਰ ਇੰਚ। ਤਾਂ ਆਪਸ਼ਨ ਨੰਬਰ D। ਸੌਰੀ ਗਲਤ ਹੋ ਗਿਆ, DPI ਨਹੀਂ, ਹਾਂ ਸਹੀ ਹੈ, DPI 'ਚ ਕਰਦੇ ਹਾਂ ਡਾਟਸ ਪਰ ਇੰਚ। ਇੱਥੇ ਹੀ ਆਪਣੇ ਕੋਲ ਇੱਕ PPI ਹੈ। PPI ਕਿੱਥੇ ਪੜਿਆ ਸੀ? ਇਹ ਮੋਨੀਟਰ ਦਾ ਰੈਜ਼ੋਲੂਸ਼ਨ ਹੈ, ਠੀਕ ਹੈ, ਯਾਦ ਰੱਖਣਾ ਹੈ। ਪ੍ਰਿੰਟਰ ਦਾ ਰੈਜ਼ੋਲੂਸ਼ਨ ਕਾਹਦੇ 'ਚ ਮੇਜ਼ਰ ਕਰਦੇ ਹਾਂ? ਡਾਟਸ ਪਰ ਇੰਚ। ਤੇ ਮੋਨੀਟਰ ਦਾ ਰੈਜ਼ੋਲੂਸ਼ਨ ਕਾਹਦੇ 'ਚ ਕਰਦੇ ਹਾਂ? ਪਿਕਸਲ ਪਰ ਇੰਚ। ਤੇ ਆ ਪੇਜਸ ਪਰ ਮਿੰਟ ਕੀ ਹੈ? ਇਹ ਪ੍ਰਿੰਟ ਦੀ ਸਪੀਡ ਹੈ, ਪ੍ਰਿੰਟਰ ਦੀ ਸਪੀਡ ਮੇਜ਼ਰ ਕਰਦੇ ਇਹਦੇ 'ਚ। ਕਾਹਦੇ 'ਚ? ਪੇਜਸ ਪਰ ਮਿੰਟਸ। ਯਾਦ ਰੱਖਣਾ ਹੈ ਪਿਕਸਲ ਪਰ ਇੰਚ ਕਾਹਦੇ ਨੇ? ਪਿਕਸਲ ਕਾਹਦੇ 'ਚ ਹੁੰਦੇ ਨੇ? ਮੋਨੀਟਰ 'ਚ। ਤਾਂ ਮੋਨੀਟਰ ਦਾ ਰੈਜ਼ੋਲੂਸ਼ਨ ਆ ਗਿਆ। ਡਾਟਸ ਪਰ ਇੰਚ ਇਹ ਪ੍ਰਿੰਟਰ ਦਾ ਰੈਜ਼ੋਲੂਸ਼ਨ ਆ ਗਿਆ, ਤਾਂ ਇਹਦਾ ਆਂਸਰ ਕੀ ਆਉਣਾ ਸੀ? ਆਪਸ਼ਨ ਨੰਬਰ D, ਡਾਟਸ ਪਰ ਇੰਚ। ਨੈਕਸਟ ਆਪਣੇ ਕੋਲ ਆਉਂਦਾ ਡੈਸ਼ ਇਜ਼ ਐਨ ਇਨਪੁਟ ਡਿਵਾਈਸ ਦੈਟ ਕਨਵਰਟ ਐਨਾਲੌਗ ਇਨਫੋਰਮੇਸ਼ਨ ਇਨਟੂ ਡਿਜੀਟਲ ਫਾਰਮ। ਪਹਿਲਾਂ ਤਾਂ ਪੁੱਛਿਆ ਇਨਪੁਟ ਡਿਵਾਈਸ ਹੋਣਾ ਚਾਹੀਦਾ ਨਾ, ਕੋਈ ਇਨਪੁਟ ਡਿਵਾਈਸ ਹੈ। ਤਾਂ ਆਪਣੇ ਕੋਲ ਪਹਿਲਾਂ ਆਉਂਦਾ ਪਲੋਟਰ, ਇਹਦਾ ਕੀ ਹੈ? ਆਊਟਪੁੱਟ ਡਿਵਾਈਸ। ਟਰੈਕ ਬੋਲ ਕੀ ਹੈ? ਇਹ ਚਲੋ ਇਨਪੁਟ ਡਿਵਾਈਸ ਹੈ। ਲਾਈਟ ਪੈਨ ਵੀ ਕੀ ਹੈ? ਇਨਪੁਟ ਡਿਵਾਈਸ ਹੈ। ਤੇ ਡਿਜੀਟਾਈਜ਼ਰ ਵੀ ਕੀ ਹੈ? ਇਨਪੁਟ ਡਿਵਾਈਸ ਹੈ। ਤਾਂ ਪਹਿਲੀ ਗੱਲ ਤਾਂ ਆਪਸ਼ਨ ਨੰਬਰ ਤਾਂ ਹੋ ਹੀ ਨਹੀਂ ਸਕਦਾ। ਪਲੋਟਰ ਆਪਾਂ ਪੜ੍ਹਿਆ ਸੀ ਨਾ, ਇਹ ਇੰਪੈਕਟ ਪ੍ਰਿੰਟਰ ਦੇ ਵਿੱਚ ਆਪਾਂ ਪੜ੍ਹਿਆ ਸੀਗਾ, ਪੈਨ ਬੇਸਡ ਪ੍ਰਿੰਟਰ ਪਲੋਟਰ ਪੜ੍ਹਿਆ ਸੀ ਉੱਥੇ। ਪਲੋਟਰ ਕੀ ਸੀਗਾ? ਇਹ ਜਦੋਂ ਆਪਾਂ ਮੰਨ ਲਓ ਕੋਈ ਫਲੈਕਸ ਪ੍ਰਿੰਟਿੰਗ ਕਰਨੀ ਹੈ ਨਾ, ਜਾਂ ਕੋਈ ਮਤਲਬ ਜਿਵੇਂ ਕੋਈ ਮੈਪ ਛਾਪਣਾ, ਉੱਥੇ ਆਪਾਂ ਕਿਹੜਾ ਯੂਜ਼ ਕਰਦੇ ਹਾਂ? ਪ੍ਰਿੰਟਰ, ਪੈਨ ਬੇਸਡ ਪ੍ਰਿੰਟਰ ਪਲੋਟਰ। ਤਾਂ ਇੱਥੇ ਆਪਣੇ ਕੋਲ ਕਿਹੜਾ ਆਪਸ਼ਨ ਆਊਗਾ? ਇਹਦਾ ਆਂਸਰ ਹੈ ਕਰੈਕਟ D। ਡਿਜੀਟਾਈਜ਼ਰ ਕੀ ਹੈ? ਇੱਕ ਇਨਪੁਟ ਡਿਵਾਈਸ ਹੈ ਜਿਹੜਾ ਕਨਵਰਟ ਕਰਦਾ ਹੈ ਐਨਲੌਗ ਇਨਫੋਰਮੇਸ਼ਨ ਟੂ ਡਿਜੀਟਲ ਫਾਰਮ। ਡਿਜੀਟਾਈਜ਼ਰ ਕੀ ਕਹਿ ਸਕਦੇ ਤੁਸੀਂ? ਮੰਨ ਲਓ ਕੋਈ ਟੈਬਲੇਟ ਹੁੰਦੀ ਨਾ, ਪੈਨ ਟੈਬ ਕਹਿ ਦੇਣਾ। ਜੇ ਮੰਨ ਲਓ ਮੈਂ ਤੁਹਾਡੀ ਕਲਾਸ ਵੀ ਰਿਕਾਰਡ ਕਰ ਰਿਹਾ, ਪੈਨ ਟੈਬ 'ਤੇ ਰਿਕਾਰਡ ਕਰ ਰਿਹਾ, ਇਹਦੇ ਉੱਤੇ ਮੈਂ ਮੰਨ ਲਓ ਪੈਨ ਨਾਲ ਰਾਈਟ ਕਰ ਰਿਹਾ ਕੁਝ ਵੀ ਨਾ, ਤਾਂ ਇਹ ਡਿਜੀਟਲ ਫਾਰਮ ਤੁਹਾਡੇ ਸਾਹਮਣੇ ਕੀ ਹੋ ਰਿਹਾ? ਸ਼ੋ ਹੋ ਰਿਹਾ। ਤਾਂ ਕੀ ਆਂਸਰ ਹੋਏਗਾ? ਡਿਜੀਟਾਈਜ਼ਰ। ਯਾਦ ਰੱਖਣਾ ਡਿਜੀਟਾਈਜ਼ਰ ਕੀ ਹੁੰਦਾ ਹੈ? ਪੈਨ ਟੈਬ ਕਹਿ ਸਕਦੇ ਤੁਸੀਂ, ਪੈਨ ਟੈਬ, ਪੈਨ PENTAB, ਪੈਨ ਟੈਬ, ਉਹ ਕੀ ਹੋਊਗਾ? ਡਿਜੀਟਾਈਜ਼ਰ। ਤਾਂ ਇਹਦਾ ਆਂਸਰ ਕੀ ਆਉਣਾ ਸੀ? ਆਪਸ਼ਨ ਨੰਬਰ D, ਡਿਜੀਟਾਈਜ਼ਰ। ਨੈਕਸਟ ਆਪਣੇ ਕੋਲ ਆਉਂਦਾ ਲੇਜ਼ਰ ਪ੍ਰਿੰਟਰ ਤੇ ਇੰਕਜੈਟ ਪ੍ਰਿੰਟਰ। ਇਹ ਐਗਜ਼ਾਮਪਲ ਕਾਹਦੇ ਨੇ? ਮੈਂ ਤੁਹਾਨੂੰ ਦੱਸਿਆ ਸੀ ਵੀ ਡਾਇਰੈਕਟ ਕੁਐਸਚਨ ਪੁੱਛਣਗੇ, ਤਾਂ ਇਹ ਕਾਹਦੇ ਐਗਜ਼ਾਮਪਲ ਨੇ? ਨੌਨ ਇੰਪੈਕਟ ਪ੍ਰਿੰਟਰ ਦੇ। ਕਿਹੜੇ ਬचे ਆਪਾਂ? ਲੇਜ਼ਰ ਹੋ ਗਿਆ, ਫਿਰ ਇੰਕਜੈਟ, ਤੇ ਇੱਕ ਆਪਾਂ ਪੜ੍ਹਿਆ ਸੀਗਾ ਲੇਜ਼ਰ, ਇੰਕਜੈਟ, ਤੇ ਇੰਪੈਕਟ ਦੇ ਵਿੱਚ ਆਪਾਂ ਪੜ੍ਹੇ ਸੀ ਡੇਜ਼ੀ ਵੀਲ, ਹੋਰ ਲਾਈਨ ਪ੍ਰਿੰਟਰ, ਡॉट मैट्रिक्स,
ਡਾਟ ਮੈਟ੍ਰਿਕਸ। ਤੇ ਨੌਨ ਇੰਪੈਕਟ ਦੇ ਵਿੱਚ ਆਪਾਂ ਪੜ੍ਹਿਆ ਸੀ ਤੇ ਕੋਈ ਯੂਵੀ ਪ੍ਰਿੰਟਰ ਪੜ੍ਹਿਆ ਸੀ ਇਹਦੇ 'ਚ, ਠੀਕ ਹੈ, ਯਾਦ ਰੱਖਣਾ। ਇਹਦੇ 'ਚ ਇੱਕ ਆਪਾਂ ਇੰਪੈਕਟ ਦੇ ਵਿੱਚ ਇੱਕ ਹੋਰ ਪੜ੍ਹਿਆ ਸੀ ਪਲੋਟਰ। ਤੇ ਡਾਟ ਮੈਟ੍ਰਿਕਸ ਕਿੱਥੇ ਹੁੰਦਾ ਹੈ? ਰੇਲਵੇ 'ਚ। ਕਿੱਥੇ ਹੁੰਦਾ ਹੈ? ਰੇਲਵੇ 'ਚ। ਤੇ ਇਹਦੇ ਵਿੱਚ ਹੈਮਰ ਲੱਗਿਆ ਹੁੰਦਾ ਹੈ। ਆ ਸਾਰੇ ਪੁਆਇੰਟ ਤੁਸੀਂ ਯਾਦ ਰੱਖਣੇ ਹੈ, ਠੀਕ ਹੈ। ਤੇ ਜਿਹੜਾ ਆਪਣੇ ਕੋਲ ਇੰਕਜੈਟ ਹੈ, ਇਹਦੇ ਵਿੱਚ ਕੀ ਯੂਜ਼ ਹੁੰਦੀ ਸੀ? ਵੈਟ ਇੰਕ ਯੂਜ਼ ਕਰਦੇ ਹਾਂ ਆਪਾਂ। ਦੱਸਿਆ ਨਾ ਜੀ, ਕਾਰਟਲੇਜ ਯੂਜ਼ ਹੁੰਦੀ ਹੈ, ਵੈਟ ਇੰਕ ਯੂਜ਼ ਹੁੰਦੀ ਹੈ ਇਹਦੇ 'ਚ। ਲੇਜ਼ਰ ਪ੍ਰਿੰਟਰ ਦੇ ਵਿੱਚ ਕੀ ਹੁੰਦਾ ਹੈ? ਟੋਨਰ ਯੂਜ਼ ਹੁੰਦਾ ਹੈ। ਆ ਪ੍ਰਿੰਟਰ ਦੇ ਸਾਰੇ ਇੰਪੋਰਟੈਂਟ ਕੁਐਸਚਨ ਬਣਦੇ ਨੇ, ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਨੈਕਸਟ ਤਾਂ ਇਹਦਾ ਆਨਸਰ ਕੀ ਆਉਣਾ ਸੀਗਾ? ਲੇਜ਼ਰ ਪ੍ਰਿੰਟਰ ਤੇ ਇੰਕਜੈਟ ਪ੍ਰਿੰਟਰ ਕੀ ਨੇ? ਨੌਨ ਇੰਪੈਕਟ ਕੀ ਨੇ? ਪ੍ਰਿੰਟਰ। ਤਾਂ ਆਪਸ਼ਨ ਨੰਬਰ ਬੀ। ਨੈਕਸਟ ਆਪਣੇ ਕੋਲ ਹੈ ਵਿਚ ਕੀ ਇਜ਼ ਯੂਜ਼ਡ, ਵਿਚ ਕੀ ਡਿਲੀਟਸ ਦਾ ਕਰੈਕਟਰ ਟੂ ਦਾ ਰਾਈਟ ਆਫ ਕਰਜ਼ਰ। ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਕਰਜ਼ਰ ਹੈ ਇਹਦੇ ਰਾਈਟ 'ਚ ਜੇ ਕਰੈਕਟਰ ਇਰੇਜ਼ ਕਰਨਾ ਤਾਂ ਕਿਹੜੀ ਕੀ ਯੂਜ਼ ਕਰਦੇ ਹਾਂ? ਡਿਲੀਟ। ਕਿਹੜੀ ਚੀਜ਼ ਕੀ ਯੂਜ਼ ਕਰਦੇ ਹਾਂ? ਡਿਲੀਟ ਕੀ, ਠੀਕ ਹੈ। ਡਿਲੀਟ ਕੀ ਕਰਦੀ ਹੈ? ਇਹ 1 by 1 ਕਰੈਕਟਰ ਇਰੇਜ਼ ਕਰਦੇ ਟੂ ਦਾ ਰਾਈਟ ਆਫ ਕਰਜ਼ਰ। ਐਵੇਂ ਜਿਹੜੀ ਬੈਕ ਸਪੇਸ ਹੈ, ਬੈਕ ਸਪੇਸ ਕੀ ਕਰਦੇ? ਇੱਕ ਇੱਕ ਕਰੈਕਟਰ ਇਰੇਜ਼ ਕਰਦੀ ਹੈ ਟੂ ਦਾ ਲੈਫਟ ਆਫ ਕਰਜ਼ਰ। ਤਾਂ ਇਹਦਾ ਆਨਸਰ ਕੀ ਆਉਣਾ ਸੀਗਾ? ਕਰੈਕਟਰ ਕਿਹੜੀ ਕੀ ਇਰੇਜ਼ ਕਰਦੀ ਟੂ ਦਾ ਰਾਈਟ ਆਫ ਕਰਜ਼ਰ? ਤਾਂ ਆਨਸਰ ਕੀ ਹੋਊਗਾ? ਡਿਲੀਟ। ਬੈਕ ਸਪੇਸ ਕੀ ਕਰਦੀ ਹੈ? ਟੂ ਦਾ ਲੈਫਟ ਇਰੇਜ਼ ਕਰਦੀ ਹੈ, ਠੀਕ ਹੈ। ਜੇ ਆਪਣੇ ਕੋਲ ਇੱਥੇ ਆ ਜਾਂਦਾ ਕੰਟਰੋਲ ਪਲੱਸ ਬੈਕ ਸਪੇਸ, ਕੰਟਰੋਲ ਪਲੱਸ ਬੈਕ ਸਪੇਸ, ਇਹ ਕੀ ਕਰਦੀ ਹੈ? ਇਹ 1 ਵਰਡ ਇਰੇਜ਼ ਕਰਦੀ ਹੈ। ਇੱਕ ਇੱਕ ਅੱਖਰ ਨਹੀਂ, ਇੱਕ ਇੱਕ ਵਰਡ ਇਰੇਜ਼ ਕਰੂ ਟੂ ਦਾ ਲੈਫਟ ਆਫ ਕਰਜ਼ਰ। ਤੇ ਜੇ ਆ ਜਾਂਦਾ ਕੰਟਰੋਲ ਪਲੱਸ ਡਿਲੀਟ, ਕਿ ਇਹ ਕੀ ਕਰੂਗਾ? 1 ਵਰਡ ਇਰੇਜ਼ ਕਰੂਗੀ, ਇਹ ਸ਼ਾਰਟਕਟ ਕੀ? ਟੂ ਦਾ ਰਾਈਟ ਆਫ ਕਰਜ਼ਰ। ਆ ਸਾਰੀਆਂ ਬੇਸਿਕ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਨੈਕਸਟ ਆਪਾਂ ਦੇਖਦੇ ਹਾਂ is also known as inkless printer, dash is also known as inkless printer। ਮੈਂ ਤੁਹਾਨੂੰ ਦੱਸਿਆ ਜੀ ਇਹਨਾਂ 'ਚ ਕਿਹੜਾ ਪ੍ਰਿੰਟਰ ਹੈ ਜਿਸ 'ਚ ਕੋਈ ਵੀ ਇੰਕ ਯੂਜ਼ ਨਹੀਂ ਹੁੰਦੀ? ਤਾਂ ਆਨਸਰ ਕੀ ਹੋਊਗਾ? ਥਰਮਲ ਪ੍ਰਿੰਟਰ। ਇਹ ਥਰਮਲ ਪ੍ਰਿੰਟਰ ਨਾਲ ਯਾਦ ਰੱਖਣਾ ਹੈ ਕਿ ਇਹ ਇੰਪੈਕਟ ਪ੍ਰਿੰਟਰ ਹੈ, ਨॉन ਇੰਪੈਕਟ, ਨॉन ਇੰਪੈਕਟ ਪ੍ਰਿੰਟਰ ਹੈ, ਨॉन ਇੰਪੈਕਟ ਪ੍ਰਿੰਟਰ। ਇਹਦੇ 'ਚ ਕੋਈ ਵੀ ਇੰਕ ਯੂਜ਼ ਨਹੀਂ ਹੁੰਦੀ। ਤੇ ਕਿੱਥੇ ਯੂਜ਼ ਕਰਦੇ ਆਪਾਂ ਇਹਨੂੰ? ਬੱਸ 'ਚ ਹੋ ਗਿਆ ਜਾਂ ਸ਼ਾਪਿੰਗ ਮਾਲਸ। ਬੱਸ ਟਿਕਟ 'ਚ ਪੜ੍ਹਿਆ ਸੀ ਨਾ ਆਪਾਂ, ਬੱਸ ਟਿਕਟ 'ਚ ਯੂਜ਼ ਕਰਦੇ ਹਾਂ, ਜਾਂ ਫਿਰ ਸ਼ਾਪਿੰਗ ਮਾਲਸ 'ਚ। ਇੰਕਜੈਟ ਇਹਦੇ 'ਚ ਕੀ ਹੁੰਦੀ ਹੈ? ਵੈਟ ਇੰਕ ਯੂਜ਼ ਕਰਦੇ ਹਾਂ। OCR ਕੀ ਸੀਗਾ? ਆਪਟੀਕਲ, ਫੁੱਲ ਫਾਰਮਸ ਯਾਦ ਹੋਣੀ ਚਾਹੀਦੀਆਂ ਨੇ। ਆਪਟੀਕਲ ਕੈਰੈਕਟਰ ਰੀਡਰ। ਤੇ ਡਾਟ ਮੈਟ੍ਰਿਕਸ ਇਹ ਪੜ੍ਹਿਆ ਸੀ ਆਪਾਂ, ਸਭ ਤੋਂ ਵੱਧ ਸ਼ੋਰ ਕਰਦਾ ਹੈ। ਇਹ ਪਹਿਲੀ ਗੱਲ ਤਾਂ ਕੀ ਹੈ? ਇੰਪੈਕਟ ਪ੍ਰਿੰਟਰ ਹੈ, ਇੰਪੈਕਟ ਪ੍ਰਿੰਟਰ। ਤੇ ਕਿੱਥੇ ਯੂਜ਼ ਕਰਦੇ ਇਹਨੂੰ? ਰੇਲਵੇ 'ਚ। ਹੋਰ ਇਹਦੇ 'ਚ ਕੀ ਲੱਗਿਆ ਹੁੰਦਾ ਹੈ? ਹੈਮਰ ਐਂਡ ਰਿਬਨ। ਮੈਂ ਤੁਹਾਨੂੰ ਦੱਸਿਆ ਯਾਦ ਕਰਨ ਦਾ ਕੀ ਤਰੀਕਾ। ਸਭ ਤੋਂ ਵੱਧ ਇਹ ਨੋਇਜ਼ੈਸਟ ਵੀ ਹੈ, ਮਤਲਬ ਸਭ ਤੋਂ ਵੱਧ ਸ਼ੋਰ ਕਰਦਾ ਹੈ, ਤਾਂ ਇਸ ਲਈ ਇਹਦੇ 'ਚ ਕੀ ਲੱਗਿਆ ਹੁੰਦਾ? ਹੈਮਰ। ਹੈਮਰ ਕਰਕੇ ਸ਼ੋਰ ਕਰ ਦਿੱਤਾ। ਯਾਦ ਰੱਖੋ ਹੈਮਰ ਕਿਹਦੇ ਨਾਲ ਰਿਲੇਟਿਡ ਹੈ? ਡਾਟ ਮੈਟ੍ਰਿਕਸ ਪ੍ਰਿੰਟਰ ਨਾਲ। ਨੈਕਸਟ ਆਪਣੇ ਕੋਲ ਆਉਂਦਾ ਹੈ ਵਿਚ ਆਫ ਦ ਫੋਲੋਇੰਗ ਡਿਵਾਈਸਿਸ ਕੈਨ ਬੀ ਯੂਜ਼ਡ ਡਾਇਰੈਕਟਲੀ ਇਨਪੁਟ ਪ੍ਰਿੰਟਡ ਟੈਕਸਟ। ਇਹਨਾਂ 'ਚ ਆਪਾਂ ਕਿਹੜਾ ਡਿਵਾਈਸ ਯੂਜ਼ ਕਰਦੇ ਹਾਂ ਵੀ ਜਿਹੜਾ ਡਾਇਰੈਕਟਲੀ ਇਨਪੁਟ ਕਰ ਸਕਦਾ ਹੈ ਪ੍ਰਿੰਟਡ ਟੈਕਸਟ ਨੂੰ? ਤਾਂ ਪਹਿਲਾਂ ਕੀ ਆਉਂਦਾ? DPI। DPI ਕੀ ਹੁੰਦਾ ਹੈ? ਡਾਟਸ ਪਰ ਇੰਚ। ਇਹ ਕਿੱਥੇ ਪੜ੍ਹਿਆ DPI? ਇਹ ਕੀ ਹੈ? ਪ੍ਰਿੰਟਰ ਦਾ ਰੈਜ਼ੋਲੂਸ਼ਨ ਮੇਜ਼ਰ ਕਰਦੇ ਹਾਂ, ਪ੍ਰਿੰਟਰ ਦਾ ਰੈਜ਼ੋਲੂਸ਼ਨ ਮੇਜ਼ਰ ਕਰਦੇ ਹਾਂ DPI 'ਚ, ਠੀਕ ਹੈ ਜੀ। OCR ਕੀ ਸੀਗਾ? ਆਪਟੀਕਲ ਕੈਰੈਕਟਰ ਰੀਡਰ। ਸਭ ਤੋਂ ਪਹਿਲੀ ਗੱਲ ਤਾਂ ਫੁੱਲ ਫਾਰਮ ਸੀ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਨੇ, ਆਪਟੀਕਲ ਕੈਰੈਕਟਰ ਰੀਡਰ। ਤੇ ਨੈਕਸਟ ਆਪਣੇ ਕੋਲ OMR, ਆਪਟੀਕਲ ਮਾਰਕ ਰੀਡਰ, ਆਪਟੀਕਲ ਮਾਰਕ ਰੀਡਰ। ਤੇ MICR ਕੀ ਸੀ? ਮੈਗਨੇਟਿਕ ਇੰਕ ਕੈਰੈਕਟਰ ਰੀਡਰ ਜਾਂ ਰਿਕੋਗਨੇਸ਼ਨ ਕਹਿ ਸਕਦੇ ਕੈਰੈਕਟਰ ਰੀਡਰ, ਠੀਕ ਹੈ ਜੀ। ਤਾਂ ਆਪਣਾ ਇੱਥੇ ਆਨਸਰ ਕੀ ਆਊਗਾ? ਵਿਚ ਆਫ ਦ ਫੋਲੋਇੰਗ ਡਿਵਾਈਸ ਕੈਨ ਬੀ ਯੂਜ਼ ਡਾਇਰੈਕਟਲੀ ਇਨਪੁਟ ਪ੍ਰਿੰਟਡ ਟੈਕਸਟ। ਇਹਦਾ ਆਨਸਰ ਕੀ ਆਊਗਾ? OCR। ਇਹਦਾ ਕੀ ਮਤਲਬ ਹੈ ਵੀ ਜਦੋਂ ਵੀ ਮੰਨ ਲਓ OCR ਕਹਿੰਦਾ ਆਪਟੀਕਲ, ਮੰਨ ਲਓ ਆਪਣੇ ਕੋਲ ਕੋਈ ਬੁੱਕ 'ਚ ਕੋਈ ਪੇਜ ਹੁੰਦਾ ਨਾ, ਆਪਾਂ ਜਿਵੇਂ ਉਹਦੀ ਫੋਟੋ ਕਲਿੱਕ ਕਰਕੇ ਜੇ ਗੂਗਲ ਦੇ ਵਿੱਚ ਆਪਾਂ ਟਾਈਪ ਮਤਲਬ
ਆਪਣੇ ਕੋਲ ਇੱਕ ਗੂਗਲ ਦੇ ਵਿੱਚ ਨਵਾਂ ਫੰਕਸ਼ਨ ਆਇਆ ਹੋਇਆ ਹੈ। ਗੂਗਲ ਦੇ ਵਿੱਚ ਆਪਾਂ ਕੋਈ ਫੋਟੋ ਪਾ ਦਿੰਦੇ ਹਾਂ ਨਾ ਖਿੱਚ ਕੇ ਕਰੈਕਟਰ ਜਾਂ ਕੋਈ ਪੇਜ ਦੀ, ਤਾਂ ਉਹ ਜਿੰਨੇ ਵੀ ਉਹਦੇ ਉੱਤੇ ਕਰੈਕਟਰ ਲਿਖੇ ਹੁੰਦੇ ਨੇ ਸਾਰਾ ਕੁਝ ਕੀ ਕਰ ਲੈਂਦਾ ਉਹਨੂੰ ਸਿਲੈਕਟ ਕਰ ਲੈਂਦਾ ਜਾਂ ਟਾਈਪ ਹੋ ਜਾਂਦੇ ਗੂਗਲ ਦੇ ਵਿੱਚ। ਤਾਂ ਕੀ ਆਨਸਰ ਆਉਣਾ ਚਾਹੀਦਾ ਇਹਦਾ OCR। ਤਾਂ ਉਹਦੇ ਵਿੱਚ ਕਿਹੜੀ ਟੈਕਨੀਕ ਯੂਜ਼ ਹੁੰਦੀ ਹੈ? OCR ਟੈਕਨੀਕ, ਆਪਟੀਕਲ ਕੈਰੈਕਟਰ ਰੀਡਰ। ਤਾਂ ਕਹਿੰਦੇ ਤੁਸੀਂ ਆਪਾਂ ਅੱਜ ਕੱਲ੍ਹ ਫੋਨ ਦੇ ਵਿੱਚ ਕੋਈ ਵਰਡ ਦੀ ਫੋਟੋ ਖਿੱਚਦੀ ਹੈ ਤਾਂ ਉਹਦਾ ਮਤਲਬ ਦੱਸ ਦਿੰਦਾ ਹੈ, ਤਾਂ ਕਿਹੜੀ ਟੈਕਨੀਕ ਯੂਜ਼ ਹੁੰਦੀ ਹੈ? ਉਹ OCR, ਆਪਟੀਕਲ ਕੈਰੈਕਟਰ ਰੀਡਰ। ਤਾਂ ਵਿਚ ਆਫ ਫੋਲੋਇੰਗ ਡਿਵਾਈਸ ਕੈਨ ਬੀ ਯੂਜ਼ ਡਾਇਰੈਕਟਲੀ ਇਨਪੁਟ ਪ੍ਰਿੰਟਡ ਟੈਕਸਟ, ਮਤਲਬ ਉਹ ਪ੍ਰਿੰਟਡ ਟੈਕਸਟ ਹੁੰਦਾ ਪੇਜ ਦੇ ਉੱਤੇ, ਉਹ ਆਪਾਂ ਡਾਇਰੈਕਟਲੀ ਇਨਪੁਟ ਦੇ ਸਕਦੇ ਹਾਂ ਮੋਬਾਈਲ ਦੇ ਥਰੂ। ਤਾਂ ਕਿਹੜਾ ਮਤਲਬ ਮੋਬਾਈਲ ਦੇ ਥਰੂ ਦੇ ਸਕਦੇ ਹਾਂ, ਪਰ ਕਿਹੜੀ ਟੈਕਨੀਕ ਯੂਜ਼ ਹੁੰਦੀ ਉਹਦੇ 'ਚ? OCR, ਆਪਟੀਕਲ ਕੈਰੈਕਟਰ ਰੀਡਰ। ਆ ਸਾਰੀਆਂ ਫੁੱਲ ਫਾਰਮ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਪਹਿਲੀ ਗੱਲ ਤਾਂ ਇਹੀ ਹੈ। ਤੇ ਇਹਦਾ ਆਨਸਰ ਕੀ ਆਉਣਾ ਸੀ? ਆਪਸ਼ਨ ਨੰਬਰ B। ਨੈਕਸਟ ਆਪਣੇ ਕੋਲ ਹੈ ਵਿਚ ਕੀ ਔਨ ਦਾ ਕੀਬੋਰਡ ਕੈਨ ਬੀ ਯੂਜ਼ ਟੂ ਸਲਾਈਡ ਸ਼ੋ। ਪਹਿਲੀ ਗੱਲ ਤਾਂ ਸਲਾਈਡ ਸ਼ੋ ਹੁੰਦਾ ਕਿੱਥੇ ਹੈ? ਇਹ ਹੁੰਦਾ ਪਾਵਰ ਪੁਆਇੰਟ ਦੇ ਵਿੱਚ, ਪਾਵਰ ਪੁਆਇੰਟ ਦੇ ਵਿੱਚ, MS ਪਾਵਰ ਪੁਆਇੰਟ। ਇਹ ਬਾਅਦ 'ਚ ਪੜਾਂਗੇ ਆਪਾਂ ਅਗਲੇ ਟੌਪਿਕ। ਤਾਂ ਇਹਦਾ ਆਨਸਰ ਕੀ ਆਊਗਾ? ਮੈਂ ਦੱਸਿਆ ਸੀ ਕਿਹੜੀ ਕੀ ਯੂਜ਼ ਕਰਦੇ ਹਾਂ? F5। F1 ਕਾਹਦੇ ਲਈ ਯੂਜ਼ ਕਰਦੇ ਹਾਂ? ਹੈਲਪ ਲਈ। F2 ਟੂ ਐਕਟੀਵੇਟ ਸੈੱਲ, ਇਹ ਆਪਾਂ ਉਹਦੇ 'ਚ ਪੜਾਂਗੇ MS ਐਕਸੈਲ ਦੇ ਵਿੱਚ, ਐਕਸੈਲ ਦੇ ਵਿੱਚ ਪੜਾਂਗੇ ਆਪਾਂ, ਠੀਕ ਹੈ ਜੀ। ਕੀ ਕਿੱਥੇ ਯੂਜ਼ ਹੁੰਦੀ F2, ਇਹ ਬਾਅਦ 'ਚ ਪੜਾਂਗੇ, ਸਾਰੀਆਂ ਕੀ ਪੜਾਂਗੇ, ਪਰ ਫਿਲਹਾਲ ਦੋਸਤ ਨੂੰ ਦੱਸਤਾ ਵੀ F1 ਹੈਲਪ ਲਈ ਯੂਜ਼ ਕਰਦੇ ਹਾਂ, F2 ਟੂ ਐਕਟੀਵੇਟ ਸੈੱਲ, ਤੇ ਸਲਾਈਡ ਸ਼ੋ ਲਈ ਕਿਹੜੀ ਯੂਜ਼ ਕੀ ਕਰਦੇ ਹਾਂ? F5 ਪਾਵਰ ਪੁਆਇੰਟ ਦੇ ਵਿੱਚ ਆਪਾਂ ਸਲਾਈਡ ਸ਼ੋ ਲਈ ਯੂਜ਼ ਕਰਦੇ ਹਾਂ। ਤੇ F5 ਦਾ ਇੱਕ ਹੋਰ ਕੰਮ ਹੁੰਦਾ, ਇਹ ਰਿਫਰੈਸ਼ ਲਈ ਵੀ ਯੂਜ਼ ਕਰਦੇ ਹਾਂ, ਰਿਫਰੈਸ਼ ਲਈ, ਠੀਕ ਹੈ। ਯਾਦ ਰੱਖਣੀ ਇਹ ਸਾਰੀ ਚੀਜ਼ਾਂ। ਤਾਂ ਇਹਦਾ ਆਨਸਰ ਕੀ ਆਉਣਾ ਸੀ? ਆਪਸ਼ਨ ਨੰਬਰ C, F5। ਨੈਕਸਟ ਆਪਣੇ ਕੋਲ ਆਉਂਦਾ what is the blinking symbol on the screen that show where the next character will appear। ਜੋ ਸਕਰੀਨ ਦੇ ਉੱਤੇ ਆ ਬਲਿੰਕਿੰਗ ਸਿੰਗਰ, ਆਪਾਂ ਬਲਿੰਕਿੰਗ ਸਿੰਬਲ ਹੁੰਦਾ ਨਾ, ਬਲਿੰਕਿੰਗ ਸਿੰਬਲ, ਤਾਂ ਇਹਨੂੰ ਆਪਾਂ ਕੀ ਕਹਿੰਦੇ ਆ? ਕਰਜ਼ਰ। ਕੀ ਕਹਿੰਦੇ ਆ? ਕਰਜ਼ਰ, ਠੀਕ ਹੈ ਜੀ, ਯਾਦ ਰੱਖਣਾ। ਡਿਲੀਟ ਕੀ ਕਰਦੀ ਹੈ? ਵਨ ਕੈਰੈਕਟਰ ਇਰੇਜ਼ ਕਰਦੀ ਹੈ ਟੂ ਦਾ ਰਾਈਟ, ਯਾਦ ਰੱਖਣਾ ਹੈ, ਟੂ ਦਾ ਰਾਈਟ। ਜੇ ਕੰਟਰੋਲ ਪਲੱਸ ਡਿਲੀਟ ਦਬਾਂਗੇ ਤਾਂ ਇਹ ਵਨ ਵਰਡ ਇਰੇਜ਼ ਕਰੂ ਟੂ ਦਾ ਰਾਈਟ ਆਫ ਕਰਜ਼ਰ, ਟੂ ਦਾ ਰਾਈਟ ਆਫ ਕਰਜ਼ਰ। ਨੈਕਸਟ ਆਪਣੇ ਕੋਲ ਆਉਂਦਾ ਵਿਚ ਆਫ ਦਾ ਫੋਲੋਇੰਗ ਇਜ਼ ਟਰਮ ਰਿਲੇਟਡ ਟੂ ਪ੍ਰਿੰਟਰ। ਇਹਨਾਂ 'ਚੋਂ ਕਿਹੜੀ ਟਰਮ ਪ੍ਰਿੰਟਰ ਦੇ ਨਾਲ ਰਿਲੇਟਡ ਹੈ? ਸਭ ਤੋਂ ਪਹਿਲਾਂ ਆਉਂਦੀ ਹੈ DVD। ਤਾਂ ਪਹਿਲਾ ਕੁਐਸਚਨ ਤਾਂ ਇਹੀ ਹੁੰਦਾ DVD ਦੀ ਫੁੱਲ ਫਾਰਮ ਕੀ ਹੁੰਦੀ ਹੈ? ਤਾਂ ਯਾਦ ਰੱਖਣਾ ਹੈ ਡਿਜੀਟਲ ਵਰਸੇਟਾਈਲ ਡਿਸਕ, ਡਿਜੀਟਲ ਵਰਸੇਟਾਈਲ ਡਿਸਕ। ਕਾਰਟਿਲੇਜ, ਇਹ ਕਾਰਟਿਲੇਜ ਕੀ ਹੁੰਦੀ ਹੈ? ਇਹ ਇੰਕ ਹੁੰਦੀ ਹੈ ਜੋ ਆਪਾਂ ਕਦੇ ਯੂਜ਼ ਕਰਦੇ ਹਾਂ? ਪ੍ਰਿੰਟਰ 'ਚ, ਠੀਕ ਹੈ ਜੀ। ਤਾਂ ਇਹਦਾ ਆਨਸਰ ਕਿਉਂ ਪ੍ਰਿੰਟਰ 'ਚ ਕੀ ਯੂਜ਼ ਕਰਦੇ ਹਾਂ, ਮਤਲਬ ਕਿਹੜੀ ਟਰਮ ਪ੍ਰਿੰਟਰ ਨਾਲ ਰਿਲੇਟਡ? ਤਾਂ ਆਪਸ਼ਨ ਨੰਬਰ B ਦਾ ਕਰੈਕਟ ਆਨਸਰ ਆ ਜਾਊਗਾ, ਠੀਕ ਹੈ। ਹਾਰਡ ਡਿਸਕ, ਇਹ ਅੱਗੇ ਆਪਾਂ ਸਟੋਰੇਜ ਡਿਵਾਈਸ ਪੜਾਂਗੇ। ਹਾਰਡ ਡਿਸਕ ਕੀ ਹੁੰਦੀ ਹੈ? ਸਟੋਰੇਜ ਡਿਵਾਈਸ ਹੁੰਦੀ ਹੈ। ਤੇ ਕੀਬੋਰਡ ਦੇ ਵਿੱਚ ਆਪਾਂ ਪੜ੍ਹਿਆ ਸੀ ਕਿੰਨੀ ਕੀਜ਼ ਹੁੰਦੀਆਂ ਨੇ? ਕਿੰਨੀ ਕੀਜ਼ ਹੁੰਦੀਆਂ ਨੇ? 101, ਜਿਹੜਾ ਕਿ US ਕੀਬੋਰਡ ਸੀਗਾ। US ਕੀਬੋਰਡ ਦੇ ਵਿੱਚ 101 ਕੀ ਨੇ, ਤੇ ਜਿਹੜਾ ਵਿੰਡੋ ਕੀਬੋਰਡ ਹੈ ਉਹਦੇ 'ਚ 104 ਕੀਜ਼ ਹੁੰਦੀਆਂ ਨੇ। ਵਿੰਡੋ ਕੀਬੋਰਡ 'ਚ ਕੀ ਹੋਣਗੀਆਂ? 104 ਕੀਜ਼, ਠੀਕ ਹੈ। ਸਾਰੀ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਤਾਂ ਆਪਸ਼ਨ ਨੰਬਰ ਇਹਦਾ B ਕੀ ਸੀ ਕਰੈਕਟ ਆਨਸਰ। ਤਾਂ ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਲਾਰਜੈਸਟ ਯੂਨਿਟ ਆਫ ਸਟੋਰੇਜ। ਤਾਂ ਇਹਨਾਂ 'ਚੋਂ ਸਭ ਤੋਂ ਵੱਡੀ ਸਟੋਰੇਜ ਯੂਨਿਟ ਕਿਹੜੀ ਹੈ? ਸਭ ਤੋਂ ਛੋਟੀ ਪੁੱਛ ਲੈਣੇ ਪਹਿਲਾਂ ਤਾਂ ਆਪਾਂ ਸਮੋਲੈਸਟ ਕਿਹੜੀ ਪੜ੍ਹੀ ਸੀ ਆਪਾਂ? ਤਾਂ ਸਮੋਲੈਸਟ ਕਿਹੜੀ ਸੀਗੀ? ਬਿਟ, ਠੀਕ ਹੈ। ਤਾਂ ਇਹਨਾਂ 'ਚੋਂ ਸਭ ਤੋਂ ਵੱਡੀ ਕਿਹੜੀ ਹੈ? ਤੇ KB ਤੋਂ ਬਾਅਦ ਕੀ ਆਉਂਦਾ ਹੈ? MB ਤੋਂ ਬਾਅਦ ਮੈਂ ਸਾਰੇ ਲਿਖ ਦੇਣਾ। ਸਭ ਤੋਂ ਪਹਿਲਾਂ ਪੜ੍ਹੀ ਸੀਗੀ ਬਿਟ ਤੋਂ ਬਾਅਦ ਨਿਬਲ ਤੋਂ ਬਾਅਦ ਬਾਈਟ ਤੋਂ ਬਾਅਦ ਕਿਲੋਬਾਈਟ ਤੋਂ ਬਾਅਦ ਮੈਗਾਬਾਈਟ ਤੋਂ ਬਾਅਦ ਗੀਗਾਬਾਈਟ ਤੋਂ ਬਾਅਦ ਟੈਰਾਬਾਈਟ ਤੋਂ ਬਾਅਦ ਆਪਾਂ ਪੜ੍ਹਿਆ ਸੀਗਾ ਪੈਟਾਬਾਈਟ ਤੋਂ ਬਾਅਦ ਐਗਜ਼ਾਬਾਈਟ ਤੋਂ ਬਾਅਦ ਜ਼ੈਟਾਬਾਈਟ, ਫਿਰ ਲਾਸਟ ਯੋਟਾਬਾਈਟ। ਤਾਂ ਇਹਨਾਂ 'ਚੋਂ ਜੋ ਆਪਣੇ ਕੋਲ ਆਪਸ਼ਨ ਅਵੇਲੇਬਲ ਨੇ, ਇਹਨਾਂ 'ਚੋਂ ਸਭ ਤੋਂ ਵੱਡੀ ਕੀ ਹੈ? ਤਾਂ KB, MB, TB। ਤਾਂ ਇਹਨਾਂ 'ਚ ਸਭ ਤੋਂ ਵੱਡੀ ਕੀ ਹੈ? ਪੈਟਾਬਾਈਟਸ। ਇੱਕ ਪੈਟਾਬਾਈਟ ਦੇ ਵਿੱਚ 1024 ਕੀ ਹੁੰਦੇ ਨੇ? ਟੈਰਾਬਾਈਟ ਹੁੰਦੇ ਨੇ। 1024 ਕੀ ਹੁੰਦੇ ਨੇ? ਟੈਰਾਬਾਈਟਸ। ਆ ਸਾਰੀ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ, ਠੀਕ ਹੈ ਜੀ। ਤਾਂ ਨੈਕਸਟ ਦੇਖਦੇ ਹਾਂ। ਤਾਂ ਇਹਦਾ ਆਨਸਰ ਕੀ ਸੀ? ਆਪਸ਼ਨ ਨੰਬਰ A। ਇਹਨਾਂ ਸਭ ਤੋਂ ਵੱਡੀ ਯੂਨਿਟ ਕਿਹੜੀ ਹੈ? PB, ਪੈਟਾਬਾਈਟ। ਤਾਂ ਅਸਕਾਈ, ਆਪਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਕੰਪਿਊਟਰ ਦੇ ਵਿੱਚ ਕਿਹੜਾ ਕੋਡਿੰਗ ਸਿਸਟਮ ਯੂਜ਼ ਕਰਦੇ ਹਾਂ? ਤਾਂ ਅਸਕਾਈ ਕੋਡਿੰਗ ਸਿਸਟਮ। ਤਾਂ ਇਹਦੀ ਫੁੱਲ ਫਾਰਮ ਕੀ ਸੀ? ਅਮੈਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਅਮੈਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਤਾਂ ਆਪਸ਼ਨ ਨੰਬਰ B ਇਹਦਾ ਕੀ ਆਊਗਾ ਕਰੈਕਟ ਆਨਸਰ।
ਤਾਂ ਪਲੋਟਰ ਕੀ ਹੈ, ਤੁਹਾਨੂੰ ਦੱਸਿਆ ਜੀ ਪਲੋਟਰ ਕੀ ਹੈ, ਇਹ ਪ੍ਰਿੰਟਰ ਦੇ ਵਿੱਚ ਪੜ੍ਹਦੇ ਨਾ, ਪੈਨ ਬੇਸਡ ਪ੍ਰਿੰਟਰ ਪਲੋਟਰ। ਪਹਿਲੀ ਗੱਲ ਤਾਂ ਆਊਟਪੁੱਟ ਡਿਵਾਈਸ ਹੈ, ਠੀਕ ਹੈ। ਤਾਂ ਇਨਪੁੱਟ, ਇਹਦੇ 'ਚ ਇਨਪੁੱਟ ਦੀ ਗੱਲ ਕਰ ਰਹੇ ਤਾਂ ਇਹ ਆਪਸ਼ਨ ਤਾਂ ਹੋ ਹੀ ਨਹੀਂ ਸਕਦਾ ਬੀ ਤਾਂ, ਠੀਕ ਹੈ। ਤਾਂ ਇਹ ਆਊਟਪੁੱਟ ਡਿਵਾਈਸ ਹੈ ਯੂਜ਼ਿੰਗ ਕੈਮਰਾ ਲੈਂਸਿਸ, ਇਹ ਕੈਮਰਾ ਲੈਂਸ ਦੀ ਗੱਲ ਕਿੱਥੋਂ ਆ ਗਈ, ਤਾਂ ਹੋ ਹੀ ਨਹੀਂ ਸਕਦਾ। ਸੀ ਆਪਸ਼ਨ ਕੀ ਕਹਿੰਦਾ, ਇਹ ਆਊਟਪੁੱਟ ਡਿਵਾਈਸ ਹੈ ਦੈਟ ਪ੍ਰੋਡਿਊਸ ਡਰਾਇੰਗ ਐਂਡ ਗ੍ਰਾਫਿਕ। ਹਾਂ ਤਾਂ ਡਰਾਇੰਗ ਅਤੇ ਗ੍ਰਾਫਿਕ ਯੂਜ਼ ਕਰਦੇ ਨਾ ਪ੍ਰਿੰਟਰ ਨੂੰ ਆਪਾਂ। ਪਲੋਟਰ ਕੀ ਹੈ, ਪ੍ਰਿੰਟਰ। ਯਾਦ ਰੱਖਣਾ, ਡਾਇਰੈਕਟ ਪੁੱਛ ਵੀ ਸਕਦੇ ਵੀ ਪਲੋਟਰ ਕੀ, ਜਿਵੇਂ ਇੱਥੇ ਪੁੱਛਿਆ ਤਾਂ ਆਪਾਂ ਨੂੰ ਪਤਾ ਹੈ ਪ੍ਰਿੰਟਰ ਦੀ ਤਰ੍ਹਾਂ ਯੂਜ਼ ਕਰਦੇ ਇਹਨੂੰ, ਤਾਂ ਆਪਸ਼ਨ ਨੰਬਰ ਸੀ, ਇਹ ਆਊਟਪੁੱਟ ਡਿਵਾਈਸ ਹੈ, ਠੀਕ ਹੈ ਜੀ। ਯਾਦ ਰੱਖਣਾ। ਤੇ ਇਹ ਪਲੋਟਰ ਆਪਾਂ ਪੜ੍ਹਿਆ ਸੀ, ਕਿਹਦੇ 'ਚ ਪੜ੍ਹਿਆ ਸੀਗਾ, ਇਹ ਇੰਪੈਕਟ ਪ੍ਰਿੰਟਰ ਸੀਗਾ। ਕਿਹੜਾ ਪ੍ਰਿੰਟਰ ਸੀਗਾ, ਇੰਪੈਕਟ ਪ੍ਰਿੰਟਰ। ਇਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਕਿਹੜਾ ਇੰਪੈਕਟ ਹੈ, ਕਿਹੜਾ ਨॉन ਇੰਪੈਕਟ ਹੈ। ਨੈਕਸਟ ਆਪਣੇ ਕੋਲ ਆਉਂਦਾ ਹੈ, ਵਟ ਇਜ਼ ਦਾ ਫੁੱਲ ਫॉर्म ਆਫ OMR। OMR ਕੀ ਹੈ, ऑप्टिकल मार्क रीडर भी कह सकते हैं या रिकोगनाइजेशन भी कह सकते हैं। तो ऑप्टिकल मार्क रिकोगनाइजेशन, तो ऑप्शन नंबर बी ਇਹਦਾ करेक्ट आंसर हो जाएगा। विच की डिलीट्स द कैरेक्टर टू द लैफ्ट, फिर वही क्वेश्चन है ਕਿਹੜੀ की टू द लैफ्ट ऑफ कर्सर। लैफ्ट वास्ते ਕਿਹੜੀ ਪੜੀ ਸੀ ਆਪਾਂ, बैक स्पेस। जे ਇੱਥੇ ਪੁੱਛਦੇ टू द राइट ਤਾਂ ਕੀ ਆਂਦਾ, डिलीट ਕੀ ਆਂਦਾ, टू द राइट। ਆਪਾਂ ਇਹਨਾਂ ਸ਼ਾਰਟਕਟ ਕੀਜ਼ ਦੀ ਪ੍ਰੈਕਟਿਸ ਹੀ ਇੰਨੀ ਵਾਰ ਕਰ ਲਾਂਗੇ। ਬਾਰ ਬਾਰ ਮੈਂ ਰਿਪੀਟ ਕਿਉਂ ਕਰਦਾ ਹਰ ਕੁਐਸਚਨ, ਕਿਉਂਕਿ ਤੁਹਾਨੂੰ ਆਹ ਚੀਜ਼, ਤੁਹਾਡੇ ਸਾਰੀਆਂ ਚੀਜ਼ਾਂ ਦਿਮਾਗ 'ਚ ਫਿੱਟ ਹੋ ਜਾਣ, ਠੀਕ ਹੈ ਜੀ। ਚੀਜ਼ ਯਾਦ ਰੱਖਣਾ ਹੈ, ਡਿਲੀਟ ਕੀ ਕਰਦਾ, ਟੂ ਦਾ ਰਾਈਟ ਆਫ ਕਰਜ਼ਰ ਕਰਦੀ ਹੈ, ਤੇ ਬੈਕ ਸਪੇਸ ਟੂ ਦਾ ਲੈਫਟ ਆਫ ਕਰਜ਼ਰ, ਇੱਕ ਇੱਕ ਅੱਖਰ ਨੂੰ ਇਰੇਜ਼ ਕਰਦੀ ਹੈ। ਪਰ ਜੇ ਆਪਾਂ ਨਾਲ ਕੰਟਰੋਲ ਪਲੱਸ ਡਿਲੀਟ ਜਾਂ ਕੰਟਰੋਲ ਪਲੱਸ ਬੈਕ ਸਪੇਸ ਦਬ ਦਾਂਗੇ ਤਾਂ ਇਹ ਇੱਕ ਇੱਕ ਵਰਡ ਇਰੇਜ਼ ਕਰਨਗੇ। ਵਰਡ ਉੱਥੇ ਕੈਰੈਕਟਰ ਇੱਕ ਇੱਕ ਅੱਖਰ ਸੀ, ਇੱਥੇ ਇੱਕ ਇੱਕ ਵਰਡ ਇਰੇਜ਼ ਕਰਨਗੇ। ਟੂ डिलीट ਤਾਂ ਕੀ ਕਰੂ, टू राइट, ਤੇ बैक स्पेस ਕੀ ਕਰੂਗੀ, टू लेफ्ट, एक एक वर्ड इरेज ਕਰੂਗੀ, ਠੀਕ ਹੈ ਜੀ। ਤਾਂ ਨੈਕਸਟ ਦੇਖਦੇ ਆਪਾਂ, ਵਿਚ ਆਫ ਦ ਫੋਲੋਇੰਗ ਸਮੋਲੈਸਟ ਵਿਜ਼ੂਅਲ ਐਲੀਮੈਂਟ ਔਨ ਏ ਵੀਡੀਓ ਮੋਨੀਟਰ। ਤਾਂ ਮੋਨੀਟਰ ਹੁੰਦਾ ਹੈ, ਤਾਂ ਇਹਦੇ ਵਿੱਚ ਸਭ ਤੋਂ ਸਮੋਲੈਸਟ ਵਿਜ਼ੂਅਲ ਮਤਲਬ ਦਿਖਣ ਵਾਲਾ ਐਲੀਮੈਂਟ ਕਿਹੜਾ ਹੁੰਦਾ ਹੈ। ਕੈਰੈਕਟਰ ਹੁੰਦਾ ਹੈ, ਪਿਕਸਲ ਹੁੰਦਾ ਹੈ, ਬਾਈਟ ਹੁੰਦਾ ਹੈ, ਬਿਟ ਹੁੰਦਾ ਹੈ। ਇਹ ਤਾਂ ਪਹਿਲੀ ਗੱਲ ਤਾਂ ਇਹ ਤਾਂ ਆਪਣੀ ਮੈਮੋਰੀ ਯੂਨਿਟ ਆ ਗਈ, ਬਿਟ ਤੇ ਬਾਈਟ, ਇਹ ਤਾਂ ਹੋ ਹੀ ਨਹੀਂ ਸਕਦੀਆਂ। ਤਾਂ ਆਪਾਂ ਪੜ੍ਹਿਆ ਸੀਗਾ ਪਿਕਸਲ। ਪਿਕਸਲ ਕੀ ਹੁੰਦਾ, ਮੰਨ ਲਓ ਇਹਨੂੰ ਜਿਵੇਂ ਇੱਕ ਗ੍ਰਿਡ ਦੇ ਫਾਰਮ 'ਚ ਡਿਵਾਈਡ ਕਰਦਾ ਮੋਨੀਟਰ ਨੂੰ, ਡੱਬੀਆਂ ਬਣਾਦਾ ਨਾ ਛੋਟੀਆਂ ਛੋਟੀਆਂ। ਤਾਂ ਜਿਹੜੀ ਦੀ ਸਭ ਤੋਂ ਛੋਟੀ ਡੱਬੀ ਹੁੰਦੀ ਹੈ, ਆਪਾਂ ਦੇਖਿਆ ਨਾ, ਜੇ ਆਪਾਂ ਜ਼ੂਮ ਕਰਕੇ ਦੇਖੀਏ ਤਾਂ ਉੱਥੇ ਛੋਟੇ ਛੋਟੇ ਡੱਬੀਆਂ ਸ਼ੋ ਹੋਣਗੇ ਤੁਹਾਨੂੰ, ਬਾਕਸਿਸ ਸ਼ੋ ਹੋਣਗੇ। ਉਹ ਬਾਕਸ ਨੂੰ ਕੀ ਕਹਿੰਦੇ ਆਪਾਂ, ਪਿਕਸਲ। ਕੀ ਕਹਿੰਦੇ ਆ, ਪਿਕਸਲ। ਤਾਂ ਇਹਦਾ ਆਨਸਰ ਕੀ ਹੋਊਗਾ, ਬੀ ਆਪਸ਼ਨ ਪਿਕਸਲ। ਆਪਾਂ ਹੋਰ ਵੀ ਪੜ੍ਹੀ ਸੀ ਇੱਕ ਚੀਜ਼ ਵੀ, ਮੋਨੀਟਰ ਦਾ ਰੈਜ਼ੋਲੂਸ਼ਨ ਆਪਾਂ ਕਾਹ 'ਚ ਮੇਜ਼ਰ ਕਰਦੇ ਹਾਂ, PPI। ਕਾਹ 'ਚ ਮੇਜ਼ਰ ਕਰਦੇ ਹਾਂ, PPI। ਤਾਂ PPI ਕੀ ਸੀ, ਪਿਕਸਲ ਪਰ ਇੰਚ, ਠੀਕ ਹੈ ਜੀ। याद रखने ने की आऊगा पिक्सल पर इंच, PPI ਦੀ ਫੁੱਲ ਫਾਰਮ ਹੈ। ਤੇ ਸਮੋਲੈਸਟ ਵਿਜ਼ੂਅਲ ਐਲੀਮੈਂਟ ਕਿਹੜਾ ਹੈ ਵੀਡੀਓ ਮੋਨੀਟਰ ਦੇ ਵਿੱਚ, ਤਾਂ ਆਨਸਰ ਕੀ ਆ ਜੂ, ਪਿਕਸਲ। ਤਾਂ ਆਪਸ਼ਨ ਬੀ। ਐਨ ਇਮੇਜ ਔਨ ਦਾ ਕੰਪਿਊਟਰ ਸਕਰੀਨ ਇਜ਼ ਮੇਡ ਅਪ ਆਫ ਮੈਟ੍ਰਿਕਸ। ਮੈਟ੍ਰਿਕਸ ਕੀ ਹੁੰਦਾ, ਜਿਵੇਂ ਬਾਕਸ ਬਣਾ ਦੇਣਾ ਨਾ, ਆ ਮੈਟ੍ਰਿਕਸ ਕਹਿ ਦੇਣਾ ਇਹਨੂੰ। ਤਾਂ ਹੁਣੇ ਪਿੱਛੇ ਕੁਐਸਚਨ 'ਚ ਪੜ੍ਹਿਆ ਸੀ, ਮੈਟ੍ਰਿਕਸ ਕੀ ਹੁੰਦੀਆਂ ਨੇ, ਛੋਟੀ ਸਭ ਤੋਂ ਛੋਟੀ ਐਲੀਮੈਂਟ ਕੀ ਹੋਊਗਾ ਮੈਟ੍ਰਿਕਸ ਦਾ, ਪਿਕਸਲ। ਤਾਂ ਜੋ ਮੈਟ੍ਰਿਕਸ ਹੈ ਛੋਟੇ ਛੋਟੇ ਐਲੀਮੈਂਟ ਨਾਲ ਬਣਿਆ ਹੁੰਦਾ, ਉਹਨੂੰ ਕੀ ਕਹਿੰਦੇ ਆਪਾਂ, ਪਿਕਸਲ। ਤਾਂ ਇਹਦਾ ਵੀ ਆਨਸਰ ਕੀ ਆਪਸ਼ਨ ਨੰਬਰ ਬੀ। ਬਾਈਟ, ਬਾਈਟ ਦੇ ਵਿੱਚ ਕੀ ਹੁੰਦੇ ਨੇ, 8 ਬਿਟ। ਤੇ ਨਿਬਲ 'ਚ ਕਿੰਨੇ ਬਿਟ ਹੁੰਦੇ ਨੇ, 4 ਬਿਟ। ਆ ਸਾਰੇ ਚੀਜ਼ਾਂ ਯਾਦ ਰੱਖਣੀਆਂ ਤੁਸੀਂ, ਠੀਕ ਹੈ ਜੀ। ਕੋਡ ਕੰਸਿਸਟਿੰਗ ਆਫ ਲਾਈਨਸ ਵੇਰਿੰਗ ਵਿਡਥ ਔਰ ਲੈਂਥ that are computer readable are known as। ਤਾਂ ਤੁਸੀਂ ਦੇਖਿਆ ਜਿਹੜੇ ਆਪਾਂ ਮੰਨ ਲਓ ਕੋਈ ਵੀ ਸ਼ਾਪਿੰਗ ਮਾਲ ਜਾਂਦੇ, ਕੋਈ ਚੀਜ਼ ਪਰਚੇਜ਼ ਕਰਦੇ ਨੇ, ਤਾਂ ਉਹ ਇੱਕ ਮਸ਼ੀਨ ਜੀ ਨਾਲ ਆਪਣਾ ਮਤਲਬ ਸਕੈਨ ਕਰਦੇ, ਉੱਥੇ ਲਾਈਨਾਂ ਹੀ ਲੱਗੀਆਂ ਹੁੰਦੀਆਂ ਨੇ ਨਾ, ਐਵੇਂ ਲਾਈਨਾਂ ਬਣੀਆਂ ਹੁੰਦੀਆਂ ਨੇ, ਮਤਲਬ ਵੱਡੀਆਂ ਸਾਰੀਆਂ ਲਾਈਨਾਂ ਹੀ ਨਹੀਂ ਬਣੀਆਂ ਹੁੰਦੀਆਂ ਹਰੇਕ ਪ੍ਰੋਡਕਟ ਦੇ ਵਿੱਚ। ਕੋਈ ਮੈਗੀ ਲਓ, ਕੁਛ ਵੀ, ਕੋਈ ਬਿਸਕੁਟ ਲਓਗੇ ਤਾਂ ਸਾਰੇ ਪਿੱਛੇ ਲਾਈਨਾਂ ਜੀ ਬਣੀਆਂ ਹੁੰਦੀਆਂ ਨੇ, ਉਹਨੂੰ ਆਪਾਂ ਕੀ ਕਹਿੰਦੇ ਆ, ਬਾਰ ਕੋਡ। ਕੀ ਕਹਿੰਦੇ ਆ, ਬਾਰ ਕੋਡ, ਠੀਕ ਹੈ। ਆਪਾਂ ਇਹਦੇ 'ਚ ਇੱਕ BCR ਵੀ ਪੜ੍ਹਿਆ ਸੀਗਾ। BCR ਕੀ ਸੀਗਾ, ਬਾਰ ਕੋਡ ਰੀਡਰ। BCR ਪੜ੍ਹਿਆ ਸੀ, BCR ਕਹਿੰਦਾ ਬਾਰ ਕੋਡ ਰੀਡਰ। ASCII ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। OCR ਕੀ ਹੈ, ਆਪਟੀਕਲ ਕੈਰੈਕਟਰ ਰੀਡਰ ਜਾਂ ਰਿਕੋਗਨੀਸ਼ਨ। ਕਿੱਥੇ ਯੂਜ਼ ਕਰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਦੱਸਿਆ ਜੀ, ਮੋਬਾਈਲ ਨਾਲ ਕੋਈ ਫੋਟੋ ਖਿੱਚਦੇ ਹਾਂ ਆਪਾਂ, ਪੇਜ ਦੀ ਹੈ, ਕਿਸੇ ਵੀ ਲੈਟਰ ਦੀ ਹੈ ਨਾ, ਵਰਡ ਦੀ ਹੈ ਨਾ, ਤਾਂ ਉਹ ਇੱਕ ਤਰ੍ਹਾਂ ਦਾ ਆਪਾਂ ਮਤਲਬ ਅੱਗੇ ਆਪਾਂ ਨੂੰ ਸ਼ੋਅ ਕਰ ਦਿੰਦਾ ਵੀ ਇਹਦਾ ਮੀਨਿੰਗ ਕੀ ਹੈ। ਤਾਂ ਉੱਥੇ ਕਿਹੜੀ ਟੈਕਨੀਕ ਯੂਜ਼ ਕਰਦੇ ਹਾਂ ਆਪਾਂ, OCR ਆਪਟੀਕਲ ਕੈਰੈਕਟਰ ਰੀਡਰ। ਤਾਂ ਇਹਦਾ ਆਨਸਰ ਕੀ ਆਉਣਾ ਸੀ, ਆਪਸ਼ਨ ਨੰਬਰ ਡੀ, ਬਾਰ ਕੋਡ। ਨੈਕਸਟ ਆਪਣੇ ਕੋਲ ਡੈਸ਼ ਸਿਸਟਮ ਯੂਜ਼ ਲਾਈਟ ਬੀਮ ਟੂ ਸਕੈਨ ਇਨਪੁਟ ਡਾਟਾ ਐਂਡ ਕਨਵਰਟ ਇਟ into electrical signal which are sent to computer for processing। मतलब सिस्टम ਕਿਹੜਾ ਸਿਸਟਮ ਲਾਈਟ ਬੀਮ ਯੂਜ਼ ਕਰਦਾ ਨਾ ਟੂ ਸਕੈਨ। ਤਾਂ ਇਹਨਾਂ 'ਚੋਂ ਕਿਹੜਾ ਸਿਸਟਮ ਯੂਜ਼ ਕਰਦਾ, ਤਾਂ ਆਪਾਂ ਆਨਸਰ ਕੀ ਦੇਵਾਂਗੇ, ਆਪਟੀਕਲ ਰਿਕੋਗਨੀਸ਼ਨ। ਦੇਖੋ ਆਪਟੀਕਲ ਦਾ ਮਤਲਬ ਹੀ ਕੀ ਹੁੰਦਾ ਹੈ, ਲਾਈਟ। ਆਪਟੀਕਲ ਦਾ ਮਤਲਬ ਹੀ ਕੀ ਹੁੰਦਾ, ਜਾਂ ਆਪਟਿਕਸ ਦਾ ਮਤਲਬ ਵੀ ਕੀ ਹੁੰਦਾ, ਲਾਈਟ।
ਤਾਂ ਇੱਥੇ ਕੀ ਹੈ ਓਪਟੀਕਲ। ਆਪਾਂ ਪੜ੍ਹਿਆ ਸੀ ਨਾ OCR, ਤਾਂ OCR ਪੈਨ ਵੀ ਆਉਂਦੇ ਨੇ, ਉਹ ਲਾਈਟ ਬੀਮ ਯੂਜ਼ ਕਰਦੇ। ਲਾਈਟ ਬੀਮ ਨਾਲ ਕੀ ਹੁੰਦਾ, ਕਰੈਕਟਰ ਨੂੰ ਸਕੈਨ ਕਰ ਲੈਂਦੇ ਨੇ ਅਤੇ ਫਿਰ ਅੱਗੇ ਉਹਨੂੰ ਕੰਪਿਊਟਰ 'ਚ ਪ੍ਰੋਸੈਸ ਕਰ ਲੈਂਦੇ ਨੇ। ਤਾਂ ਇੱਥੇ ਕੀ ਆਂਸਰ ਕੀ ਆਊਗਾ OCR ਜਾਂ ਓਪਟੀਕਲ ਰਿਕੋਗਨੀਸ਼ਨ। ਐਵੇਂ ਇੱਥੇ ਇੱਕ PDF ਹੈ। PDF ਦੀ ਫੁੱਲ ਫਾਰਮ ਕੀ ਹੁੰਦੀ ਹੈ, ਪੋਰਟੇਬਲ ਡਾਕੂਮੈਂਟ ਫਾਈਲ। ਪੋਰਟੇਬਲ ਡਾਕੂਮੈਂਟ ਫਾਈਲ ਫਾਰਮੈਟ, ਪੋਰਟੇਬਲ ਡਾਕੂਮੈਂਟ ਫਾਰਮੈਟ ਕਹਿ ਦਿੰਦੇ ਹਾਂ, ਠੀਕ ਹੈ ਜੀ। PDF ਦੀ ਫੁੱਲ ਫਾਰਮ ਕੀ ਹੁੰਦੀ, ਪੋਰਟੇਬਲ ਡਾਕੂਮੈਂਟ ਫਾਰਮੈਟ। 1 ਬਾਈਟ, ਇੱਕ ਬਾਈਟ ਦੇ ਵਿੱਚ ਕਿੰਨੇ, ਮਤਲਬ 1 ਬਾਈਟ ਰਿਪਰੈਜ਼ੈਂਟਸ, ਤਾਂ ਆਪਾਂ ਕੀ 1 ਬਾਈਟ ਦੇ ਵਿੱਚ ਕਿੰਨੇ ਬਿਟਸ ਹੁੰਦੇ ਨੇ, ਆਪਾਂ ਪੜ੍ਹਿਆ ਸੀ 8 ਬਿਟਸ। ਤਾਂ ਇਹਦਾ ਆਨਸਰ ਕੀ ਆ ਜਾਊਗਾ ਆਪਸ਼ਨ ਨੰਬਰ B, 8 ਬਿਟਸ ਕਰੈਕਟ ਆਨਸਰ ਹੋ ਜਾਊਗਾ, ਠੀਕ ਹੈ ਜੀ। ਨੈਕਸਟ ਆਪਾਂ ਦੇਖਦੇ ਹਾਂ, ਲੈਪਟੋਪ ਹੈਵ ਏ ਕੀਬੋਰਡ ਪੋਪੂਲਰਲੀ ਨੋਨ ਐਜ਼, ਮਤਲਬ ਕੰਪਿਊਟਰ ਜਾਂ ਲੈਪਟੋਪ ਦੇ ਜੋ ਕੀਬੋਰਡ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ, ਆਪਾਂ ਪੜ੍ਹਿਆ ਸੀ ਕਿਹੜੀ ਕੀਪੈਡ ਹੁੰਦੀ ਹੈ ਉਹਦੇ 'ਚ, QWERTY ਕੀਪੈਡ, QWERTY ਕੀਪੈਡ ਯੂਜ਼ ਕਰਦੇ ਹਾਂ, ਠੀਕ ਹੈ ਜੀ। ਵਟ ਟਾਈਪ ਆਫ ਕੀਜ਼, ਕੰਟਰੋਲ ਅਤੇ ਸ਼ਿਫਟ ਕਿਹੜੀਆਂ ਕੀਜ਼ ਨੇ, ਮੈਂ ਤੁਹਾਨੂੰ ਦੱਸਿਆ ਕੰਟਰੋਲ ਅਤੇ ਸ਼ਿਫਟ ਕੀ ਨੇ, ਮੋਡੀਫਾਇਰ ਕੀਜ਼ ਨੇ। ਕਿਹੜੀਆਂ ਕੀਜ਼ ਨੇ, ਮੋਡੀਫਾਇਰ ਕੀਜ਼। ਕੰਟਰੋਲ ਸ਼ਿਫਟ ਤੇ ਇੱਕ ਹੋਰ ਹੁੰਦੀ ਹੈ ਕਿਹੜੀ, ਆਲਟ। ਤਾਂ ਇਹ ਸਾਰੀਆਂ ਕੀ ਨੇ, ਮੋਡੀਫਾਇਰ ਕੀਜ਼ ਨੇ, ਠੀਕ ਹੈ ਜੀ। ਐਵੇਂ ਆਪਾਂ ਇੱਕ ਪੜ੍ਹੀ ਸੀਗੀ ਟੋਗਲ ਕੀਜ਼, ਕਿਹੜੀਆਂ ਕੀਜ਼ ਪੜ੍ਹੀਆਂ ਸੀ, ਟੋਗਲ ਕੀਜ਼। ਉਹ ਵੀ 3 ਹੁੰਦੀਆਂ ਨੇ, ਕਿਹੜੀਆਂ ਕਿਹੜੀਆਂ, ਨੰਬਰ ਲੌਕ, ਕੈਪਸ ਲੌਕ ਤੇ ਲਾਸਟ ਸਕਰੋਲ ਲੌਕ। ਆ 3 ਯਾਦ ਰੱਖਣੇ, ਆ 3 ਟੋਗਲ ਕੀਜ਼ ਨੇ ਤੇ ਆ 3 ਮੋਡੀਫਾਇਰ ਕੀਜ਼ ਨੇ। ਤਾਂ ਆ ਕੰਟਰੋਲ ਤੇ ਸ਼ਿਫਟ ਕਿਹੜੀਆਂ ਨੇ, ਮੋਡੀਫਾਇਰ ਕੀਜ਼, ਠੀਕ ਹੈ ਜੀ। ਨੈਕਸਟ ਆਪਣੇ ਕੋਲ ਹੈਗਾ, ਵਿਚ ਪ੍ਰਿੰਟਰ ਕੈਨ ਨੋਟ ਪ੍ਰਿੰਟ ਮੋਰ ਦੈਨ 1 ਕੈਰੈਕਟਰ ਐਟ ਏ ਟਾਈਮ। ਇਹਨਾਂ 'ਚ ਕਿਹੜਾ ਪ੍ਰਿੰਟਰ ਇੱਕ ਟਾਈਮ 'ਤੇ ਇੱਕ ਕਰੈਕਟਰ ਤੋਂ ਵੱਧ ਪ੍ਰਿੰਟ ਨਹੀਂ ਕਰ ਸਕਦਾ। ਦੇਖੋ ਲਾਈਨ ਮਤਲਬ ਇੱਕ ਟਾਈਮ 'ਤੇ ਇੱਕ ਲਾਈਨ ਪ੍ਰਿੰਟ ਕਰਦਾ ਸੀਗਾ। ਇਹ ਕਿਹੜਾ ਪ੍ਰਿੰਟਰ ਸੀਗਾ, ਇੰਪੈਕਟ ਪ੍ਰਿੰਟਰ 'ਚ ਆਪਾਂ ਪੜ੍ਹਿਆ ਸੀਗਾ। ਡੇਜ਼ੀ ਵੀਲ, ਹਾਂ ਇਹ ਆਪਾਂ ਪੜ੍ਹਿਆ, ਸਭ ਤੋਂ ਪੁਰਾਣਾ ਕੰਪਿਊਟਰ ਸੀਗਾ, ਸਭ ਤੋਂ ਪੁਰਾਣਾ ਪ੍ਰਿੰਟਰ ਸੀਗਾ, ਓਲਡੈਸਟ ਪ੍ਰਿੰਟਰ, ਠੀਕ ਹੈ ਜੀ। ਅਤੇ ਇੱਕ ਟਾਈਮ 'ਤੇ ਇੱਕ 1 ਕਰੈਕਟਰ ਪ੍ਰਿੰਟ ਕਰਦਾ ਸੀ। ਤਾਂ ਇਹਦਾ ਆਨਸਰ ਕੀ ਆਪਸ਼ਨ ਨੰਬਰ B, ਡੇਜ਼ੀ ਵੀਲ। ਲੇਜ਼ਰ ਪ੍ਰਿੰਟਰ ਕੀ ਸੀਗਾ, ਡੇਜ਼ੀ ਵੀਲ ਵੀ ਇੰਪੈਕਟ ਪ੍ਰਿੰਟਰ 'ਚ ਪੜ੍ਹਿਆ ਸੀਗਾ। ਲੇਜ਼ਰ ਪ੍ਰਿੰਟਰ ਇਹ ਨੋਨ ਇੰਪੈਕਟ 'ਚ ਪੜ੍ਹਿਆ ਸੀਗਾ। ਅਤੇ ਇਹਦੇ 'ਚ ਕੀ ਯੂਜ਼ ਕਰਦੇ ਆਪਾਂ, ਟੋਨਰ। ਡਾਟ ਮੈਟ੍ਰਿਕਸ ਇਹ ਕਿਹੜਾ ਪ੍ਰਿੰਟਰ ਸੀ, ਇੰਪੈਕਟ ਪ੍ਰਿੰਟਰ ਸੀਗਾ। ਕਿੱਥੇ ਯੂਜ਼ ਕਰਦੇ ਹਾਂ, ਰੇਲਵੇ 'ਚ ਜਾਂ ਫਿਰ ਪੋਸਟ ਆਫਿਸ। ਹੋਰ ਇਹਦੇ 'ਚ ਕੀ ਲੱਗਿਆ ਹੁੰਦਾ ਹੈ, ਹੈਮਰ ਐਂਡ ਰਿਬਨ, ਹੈਮਰ ਐਂਡ ਰਿਬਨ। ਅਤੇ ਸਭ ਤੋਂ ਵੱਧ ਸ਼ੋਰ ਵੀ ਕਰਦਾ ਡਾਟ ਮੈਟ੍ਰਿਕਸ। ਤਾਂ ਇਹਦਾ ਆਨਸਰ ਕੀ ਸੀ B, ਮਤਲਬ ਉਹ ਇੱਕ ਟਾਈਮ 'ਤੇ ਕਰੈਕਟਰ ਕਰਦਾ ਸੀ ਕਿਹੜਾ, ਡੇਜ਼ੀ ਵੀਲ। ਤਾਂ ਡੈਸ਼ ਕੀ ਇਜ਼ ਐਗਜ਼ਾਮਪਲ ਆਫ ਟੋਗਲ ਕੀ, ਤਾਂ ਇਹਨਾਂ 'ਚੋਂ ਕਿਹੜੀ ਟੋਗਲ ਕੀ ਹੈ, ਤਾਂ ਇਹਨਾਂ 'ਚੋਂ ਕਿਹੜੀ ਟੋਗਲ ਕੀ ਹੈ, ਕੈਪਸ ਲੌਕ। अब बड़े 3 टॉगल के होंगे, कैप्स लॉक, नंबर लॉक ਤੇ ਲਾਸਟ ਸਕਰੋਲ ਲੌਕ, ਠੀਕ ਹੈ ਜੀ। ਕੰਟਰੋਲ ਸ਼ਿਫਟ ਤੇ ਆਲਟ ਇਹ ਕੀ ਨੇ, ਮੋਡੀਫਾਇਰ ਕੀਜ਼ ਨੇ, ਕੀ ਨੇ, ਮੋਡੀਫਾਇਰ ਕੀਜ਼, ਠੀਕ ਹੈ ਜੀ। ਤਾਂ ਆਨਸਰ ਕੀ ਆਪਸ਼ਨ ਨੰਬਰ E, कैप्स लॉक। लास्ट क्वेश्चन है, विच ऑफ द फॉलोइंग कैन इनपुट ग्राफिकल इमेज एंड पिक्चर्स फॉर ए कंप्यूटर। इन्हों चो केड़ा इनपुट करता, पहली गल तो क्या है इनपुट, तो इनपुट डिवाइस है, तो प्लॉटर तो की है आउटपुट डिवाइस है, तो हो ही नहीं सकता है ना। माउस चलो इनपुट है, प्रिंटर ये आउटपुट है, ये भी हो नहीं सकता। तो दो ऑप्शन तो अपने ऑप्शन एलिमिनेशन ना कटे गए। उनके पीछे विच ऑफ द फॉलोइंग कैन इनपुट ग्राफिकल इमेजेस इनपुट करता है, तो जो माउस है क्यों ग्राफिकल इमेज इनपुट करता है, नहीं वो तो मान लो यूज़ करते ना कर्जर ली, कीबोर्ड नाल आप टाइप करते हैं करैक्टर, तो ये भी ग्राफिकल इमेज नहीं है। तो अपने को बचा स्कैनर, स्कैनर की एक तरह का इनपुट डिवाइस है, ठीक है जी। ये देखो आप कोई पेज स्कैन करते हैं ना, स्कैनर की एक इनपुट डिवाइस है, तो ये आप कोई पेज स्कैन करते हैं है ना, तो वो फोटो है कुछ भी है वो सारे की हो जाते इनपुट हो जाते हैं कि मॉनिटर के आप कह सकते हैं कंप्यूटर के, ठीक है जी। तो ये अपने क्वेश्चन से कि इनपुट आउटपुट डिवाइस के। तो तुम देखा आप कितनी चंगी तरह प्रैक्टिस की है ना, जिन्ने भी क्वेश्चन से ना, जो भी क्वेश्चन बनते थे सारे आप लगभग ये कवर कर ले। एवं अगे भी आप जिन्ने टॉपिक करांगे ना सारे आप नाल MCQ प्रैक्टिस भी करांगे। तुसीं भी की करना नाल हरेक टॉपिक नूं रिवाइज़ करना है। मैं दोबारा फिर दस रहा तुहानूं अगे जिन्ने भी एग्जाम आने ने सारे गेम चेंजर का रोल कौन निभाऊगा, कंप्यूटर ही निभाऊगा। तो कंप्यूटर तुसीं चंगी तरह पढ़ना है, क्योंकि कंप्यूटर ही एक ऐसा सबजैक्ट है जो थोनों नंबर मतलब
ਤੁਸੀਂ ਕਹਿ ਸਕਦੇ ਹੋ ਵੀ ਕੰਪੀਟੀਸ਼ਨ 'ਚ ਕਿਸੇ ਤੋਂ ਅੱਗੇ ਨਿਕਲਣਾ ਹੈ ਤਾਂ ਤੁਸੀਂ ਕੰਪਿਊਟਰ ਚੰਗੀ ਤਰ੍ਹਾਂ ਪੜ੍ਹਨਾ ਹੈ। ਕਿਉਂਕਿ ਦੇਖੋ ਆ ਮੈਥ ਰੀਜ਼ਨਿੰਗ ਤਾਂ ਹਰ ਇੱਕ ਬੰਦਾ ਕਰ ਲੈਂਦਾ, ਪਰ ਕੰਪਿਊਟਰ ਨੂੰ ਹਰ ਬੰਦਾ ਲਾਈਟਲੀ ਲੈਂਦਾ ਵੀ ਯਾਰ ਛੱਡ ਇਹਨੂੰ ਕੀ ਪੜ੍ਹਾਂਗੇ। ਪਰ ਆਪਾਂ ਐਵੇਂ ਨਹੀਂ ਕਰਨਾ, ਆਪਾਂ ਕੰਪਿਊਟਰ ਨੂੰ ਪ੍ਰੋਪਰ ਚੰਗੀ ਤਰ੍ਹਾਂ ਪੜ੍ਹਾਂਗੇ। ਅਤੇ ਮੈਂ ਤੁਹਾਨੂੰ ਫੇਰ ਕਹਿ ਰਿਹਾ, ਜੇ ਤੁਸੀਂ ਕੰਪਿਊਟਰ ਦੀਆਂ ਸਾਰੀਆਂ ਪ੍ਰੋਪਰ ਕਲਾਸਿਸ ਪੜ੍ਹ ਲਈਆਂ, ਪ੍ਰੋਪਰ ਰਿਵਾਈਜ਼ ਕਰ ਲਿਆ, ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਵੀ ਕੰਪਿਊਟਰ ਜੇ 15 ਕੁਐਸਚਨ ਆਉਣ ਤਾਂ 15 'ਚ ਤੁਸੀਂ ਆਰਾਮ ਨਾਲ, ਮੈਂ ਤਾਂ ਕਹਿੰਦਾ 15 ਦੇ 15 ਵੀ ਵੈਸੇ ਨਹੀਂ, 14 13 14 ਤਾਂ ਕਿਤੇ ਨਹੀਂ ਗਏ ਤੁਹਾਡੇ, ਹੈ ਨਾ। ਕੋਈ ਪੇਪਰ ਦੇਖੋ, ਹਰ ਇੱਕ ਪੇਪਰ 'ਚ ਅੱਜ ਕੱਲ੍ਹ ਤਾਂ ਕੰਪਿਊਟਰ ਚੰਗੀ ਤਰ੍ਹਾਂ ਪਾਉਣ ਲੱਗੇ, ਵੀ ਡਿਟੇਲ 'ਚ ਪਾਉਣ ਲੱਗੇ, ਅਤੇ ਆਪਾਂ ਪੂਰੀ ਡਿਟੇਲ 'ਚ ਕਰਾਂਗੇ। ਠੀਕ ਹੈ ਜੀ, ਹੁਣ ਆਪਾਂ ਨੈਕਸਟ ਟੌਪਿਕ ਸਟਾਰਟ ਕਰਾਂਗੇ ਅਗਲੀ ਕਲਾਸ ਦੇ ਵਿੱਚ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ ਸਾਰਿਆਂ ਨੂੰ।